Hello everyone, welcome to Victor's Knowledge. This is Chinu Sharma. So today we are going to start with our important course of Excise and Taxation Inspector. So ਜਿਹੜਾ ਇਹ course ਹੈ ਇਹਦੀ ਆਪਾਂ ਸ਼ੁਰੂਆਤ ਕਰ ਰਹੇ ਹਾਂ polity topic ਤੋਂ। ਸੋ ਪੋਲਿਟੀ ਦੇ ਅੰਦਰ ਆਪਾਂ ਨੇ ਇੰਪੋਰਟੈਂਟ ਪ੍ਰੋਵੀਜ਼ਨਸ ਦੇਖਣੀਆਂ ਨੇ ਜੋ ਵੀ ਐਗਜ਼ਾਮ ਪੁਆਇੰਟ ਆਫ View ਤੋਂ ਇੰਪੋਰਟੈਂਟ ਨੇ। ਨਾਲ ਹੀ ਮੈਂ ਹਰ ਲੈਕਚਰ ਦੇ ਅੰਦਰ ਜੇ ਮੈਨੂੰ ਲੱਗੂ ਕੋਈ ਇੰਪੋਰਟੈਂਟ ਕਰੰਟ ਫੈਕਟ ਐਡ ਕਰਨ ਦੀ ਜ਼ਰੂਰਤ ਹੈ ਉਹ ਵੀ ਕਰਵਾਉਂਗੀ। ਵੈਸੇ ਇਸ ਕੋਰਸ ਦੇ ਅੰਦਰ ਪੋਲਿਟੀ ਦੇ ਪਿਛਲੇ 6 ਮਹੀਨੇ ਦੇ ਇੰਪੋਰਟੈਂਟ ਡੀਟੇਲਡ ਕਰੰਟ ਅਫੇਅਰ ਆਪਾਂ ਅਲੱਗ ਤੋਂ ਇੱਕ ਲੈਕਚਰ ਦੇ ਅੰਦਰ ਵੀ ਕਰਾਂਗੇ। ਸੋ ਹੁਣ ਆਪਾਂ ਅੱਜ ਸ਼ੁਰੂ ਕਰਾਂਗੇ ਸੰਵਿਧਾਨ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ। ਬੇਸਿਕਲੀ ਆਪਾਂ ਇਹਦੇ ਬਾਰੇ ਪੜ੍ਹਦੇ ਹਾਂ ਪੋਲਿਟੀ ਸਬਜੈਕਟ ਦੇ ਅੰਦਰ, ਨਾਲ ਥੋੜਾ ਬਹੁਤ ਗਵਰਨੈਂਸ ਕਿਵੇਂ ਚੱਲਦੀ ਹੈ, ਸਰਕਾਰ ਦਾ ਕੀ ਰੋਲ ਹੈ ਇਸ ਕਨਸਟੀਟਿਊਸ਼ਨ ਦੇ ਨਾਲ, ਕਿਵੇਂ ਕਨਸਟੀਟਿਊਸ਼ਨ ਸਰਕਾਰ ਨੂੰ ਗਵਰਨ ਕਰਦਾ ਹੈ, ਰੈਗੂਲੇਟ ਕਰਦਾ। ਸੋ ਉਹ ਸਾਰੀਆਂ ਪ੍ਰੋਵੀਜ਼ਨ ਵੀ ਆਪਾਂ ਦੇਖਾਂਗੇ। So now we are starting with historical background of the constitution. ਸੰਵਿਧਾਨ ਦੀ ਸ਼ੁਰੂਆਤ ਕਿੱਥੋਂ ਹੋਈ? ਬ੍ਰਿਟਿਸ਼ ਇੰਡੀਆ ਦੇ ਵਿੱਚ ਕਿਹੜੀਆਂ ਇੰਪੋਰਟੈਂਟ ਰਿਪੋਰਟ ਸੀ ਜਾਂ ਕਮਿਸ਼ਨ ਸੀ ਜਿਹੜੇ ਇੰਡੀਅਨ ਕਨਸਟੀਟਿਊਸ਼ਨ ਦੇ ਰਿਲੇਟਡ ਨੇ, ਕਿਹੜੇ ਐਕਟ ਸੀਗੇ, ਲੈਜਿਸਲੇਸ਼ਨ ਸੀਗਾ ਜਿਨ੍ਹਾਂ ਚੋਂ ਇੱਕ ਸਫ਼ਰ ਤੈਅ ਕਰਕੇ ਫਾਈਨਲੀ ਆਪਾਂ ਨੂੰ ਇੰਡੀਅਨ ਕਨਸਟੀਟਿਊਸ਼ਨ ਮਿਲਿਆ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸੋਰਸਿਸ ਦੀ। ਆਪਾਂ ਨੂੰ ਪਤਾ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਬਹੁਤ ਹੀ ਜ਼ਿਆਦਾ ਲੈਂਦੀ ਹੈ, ਬਹੁਤ ਡੀਟੇਲਡ ਹੈ। ਇਹਦੇ ਵਿੱਚ ਜਿਹੜੇ ਇੰਪੋਰਟੈਂਟ ਫੀਚਰਸ ਐਡ ਕੀਤੇ ਨੇ ਉਹ ਅਲੱਗ-ਅਲੱਗ ਦੁਨੀਆ ਭਰ ਦੇ ਇੰਪੋਰਟੈਂਟ ਕਨਸਟੀਟਿਊਸ਼ਨਸ ਦੇ ਵਿੱਚੋਂ ਬੋਰੋ ਕਰਕੇ ਐਡ ਕੀਤੇ ਨੇ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਇੰਪੋਰਟੈਂਟ ਲੈਕਚਰ। ਸੋ ਜਦੋਂ ਹੁਣ ਆਪਾਂ ਭਾਰਤ ਦੇ ਸੰਵਿਧਾਨ ਦੀ ਗੱਲ ਕਰਾਂਗੇ, ਇਹਦਾ ਹਿਸਟੋਰੀਕਲ ਬੈਕਗ੍ਰਾਉਂਡ ਦੇਖਾਂਗੇ, ਸਭ ਤੋਂ ਪਹਿਲਾਂ ਆਪਣੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇੰਡੀਅਨ ਕਨਸਟੀਟਿਊਸ਼ਨ ਦੀ ਪਹਿਲੀ ਵਾਰੀ ਬ੍ਰਿਟਿਸ਼ ਰਾਜ ਦੇ ਅੰਦਰ ਗੱਲ ਕਿੱਥੇ ਹੋਈ। ਐਜ਼ ਸੱਚ ਪ੍ਰੋਪਰ ਕਨਸਟੀਟਿਊਸ਼ਨ ਆਫ ਇੰਡੀਆ ਇਸ ਡਾਕੂਮੈਂਟ ਦੀ ਗੱਲ ਦੀ ਸ਼ੁਰੂਆਤ ਕਿੱਥੋਂ ਹੋਈ? ਸੋ 1927 ਨਵੰਬਰ ਬ੍ਰਿਟਿਸ਼ ਸਰਕਾਰ ਨੇ ਸਾਈਮਨ ਕਮਿਸ਼ਨ ਦਾ ਗਠਨ ਕੀਤਾ। ਸਾਈਮਨ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ ਜਿਹੜਾ ਉਸ ਸਮੇਂ ਆਪਣੇ ਦੇਸ਼ ਨੂੰ ਚਲਾ ਰਿਹਾ ਸੀ। ਐਕਟ 1919 ਦਾ ਉਹਦਾ ਕੰਮਕਾਜ ਕਿਵੇਂ ਚੱਲ ਰਿਹਾ, ਉਹਦੀ ਵਰਕਿੰਗ ਕਿਵੇਂ ਹੈ, ਉਹਨੂੰ ਰਿਵਿਊ ਕਰਨ ਦੇ ਲਈ, ਨਾਲ ਹੀ ਜੇ ਕੋਈ ਪ੍ਰੋਬਲਮ ਹੈ ਬ੍ਰਿਟਿਸ਼ ਦੇ ਅਨੁਸਾਰ ਜੇ ਕੋਈ ਪ੍ਰੋਬਲਮ ਹੈ ਬੇਸਿਕਲੀ ਤਾਂ ਉਹਦੇ ਲਈ ਕਨਸਟੀਟਿਊਸ਼ਨਲ ਰਿਫਾਰਮ ਪ੍ਰਪੋਜ਼ ਕੀਤੀਆਂ ਜਾਣਗੀਆਂ ਇਸ ਕਮਿਸ਼ਨ ਦੇ ਦੁਆਰਾ। ਪਰ ਹੁਣ ਪ੍ਰੋਬਲਮ ਕੀ ਸੀ? ਸਭ ਤੋਂ ਵੱਡੀ ਮੇਨ ਇਸ਼ੂ ਸੀ ਇਸ ਕਮਿਸ਼ਨ ਦੇ ਨਾਲ ਕਿ ਇਹਦੇ ਅੰਦਰ ਇੱਕ ਵੀ ਭਾਰਤੀ ਨੂੰ ਮੈਂਬਰ ਨਹੀਂ ਬਣਾਇਆ ਗਿਆ। ਸੋ ਇਹ ਬਹੁਤ ਮੇਜਰ ਇਸ਼ੂ ਸੀ ਜਿਹਨੇ ਪੂਰੇ ਦੇ ਪੂਰੇ ਭਾਰਤ ਦੇ ਅੰਦਰ ਇੱਕ ਰੋਸ਼ ਪੈਦਾ ਕੀਤਾ। ਇੰਡੀਅਨ ਨੈਸ਼ਨਲਿਸਟ ਮੂਵਮੈਂਟ ਦੇ ਜਿਹੜੇ ਲੀਡਰ ਸੀ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆਏ ਕਿਉਂਕਿ ਜਦੋਂ ਤੱਕ ਕੋਈ ਇੰਡੀਅਨ ਮੈਂਬਰ ਹੀ ਕਮਿਸ਼ਨ ਵਿੱਚ ਨਹੀਂ ਬੈਠੂ ਤਾਂ ਅਸਲੀ ਇੰਡੀਅਨਸ ਨੂੰ ਕੀ ਪ੍ਰੋਬਲਮ ਨੇ ਗਵਰਨਮੈਂਟ ਆਫ ਇੰਡੀਆ ਐਕਟ ਤੋਂ ਉਹ ਕਿਵੇਂ ਪਤਾ ਚੱਲਣਗੀਆਂ। So commission did not have a single Indian member which irked leaders of nationalist movement. ਫਿਰ ਹੁਣ ਆਉਂਦਿਆ ਬਹੁਤ ਇੰਪੋਰਟੈਂਟ ਇੱਕ ਸੈਸ਼ਨ ਜਿਹਦੇ ਵਿੱਚ ਪਹਿਲੀ ਵਾਰੀ ਸੰਵਿਧਾਨ ਦੀ ਗੱਲ ਹੋਈ ਕਿ ਆਪਾਂ ਭਾਰਤੀਆਂ ਨੇ ਆਪਣਾ ਸੰਵਿਧਾਨ ਖੁਦ ਤਿਆਰ ਕਰਨਾ। ਸੋ ਉਹ ਹੈ ਦਸੰਬਰ 1927 ਦਾ ਮਦਰਾਸ ਸੈਸ਼ਨ ਇੰਡੀਅਨ ਨੈਸ਼ਨਲ ਕਾਂਗਰਸ ਦਾ। ਇਸ ਸੈਸ਼ਨ ਵਿੱਚ ਦੋ ਮੇਜਰ ਸਟੈਪ ਚੱਕੇ ਗਏ, ਦੋ ਮੇਜਰ ਡਿਸੀਜਨ ਲਏ ਗਏ ਸਾਈਮਨ ਕਮਿਸ਼ਨ ਦੇ ਖਿਲਾਫ। ਪਹਿਲਾ, ਪੂਰੀ ਤਰ੍ਹਾਂ ਸਾਈਮਨ ਕਮਿਸ਼ਨ ਦਾ ਬॉयकॉट ਕਰਨਾ ਹੈ, ਇਹ ਸਟੈਪ ਲਿਆ ਗਿਆ। ਇਟ ਡਿਸਾਈਡਡ ਟੂ ਨਾਟ ਕੋਆਪਰੇਟ ਵਿਦ ਦ ਕਮਿਸ਼ਨ। ਦੂਜਾ ਕਿਹਾ ਕਿ ਅਸੀਂ ਇੱਕ ਆਪਣੀ ਆਲ ਪਾਰਟੀ ਕਾਨਫਰੰਸ ਤਿਆਰ ਕਰਾਂਗੇ ਜਿਹਦੇ ਦੁਆਰਾ ਭਾਰਤ ਦਾ ਸੰਵਿਧਾਨ ਡਰਾਫਟ ਕੀਤਾ ਜਾਊ, ਤਿਆਰ ਕੀਤਾ ਜਾਊ, ਲਿਖਿਆ ਜਾਊ। ਸੋ ਇਹਦੇ ਲਈ ਨਹਿਰੂ ਰਿਪੋਰਟ ਆਈ ਅਗਸਤ 1928 ਵਿੱਚ। ਇਹ ਇੱਕ ਤਰ੍ਹਾਂ ਦਾ ਗਾਈਡਿੰਗ ਡਾਕੂਮੈਂਟ ਸੀ, ਇੱਕ ਮੈਮੋਰੈਂਡਮ ਸੀ ਜਿਹਦੇ ਅੰਦਰ ਪ੍ਰਪੋਜ਼ ਕੀਤਾ ਹੋਇਆ ਸੀ ਨਵਾਂ ਡੋਮੀਨੀਅਨ ਸਟੇਟਸ ਅਲੱਗ ਤੋਂ ਭਾਰਤ ਦੇ ਸੰਵਿਧਾਨ ਦਾ। ਹੁਣ ਜਿਹੜਾ ਨਹਿਰੂ ਰਿਪੋਰਟ ਹੈ ਇਹਦੇ ਬਾਰੇ ਇੰਪੋਰਟੈਂਟ ਇੱਕ ਚੀਜ਼ ਤੁਸੀਂ ਯਾਦ ਰੱਖਣੀ ਹੈ, ਇਹ ਤਿਆਰ ਕਿਹਨੇ ਕੀਤੀ? ਜਿਹੜੀ ਇਹ ਰਿਪੋਰਟ ਹੈ ਇਹ ਜੋ ਆਲ ਪਾਰਟੀ ਕਾਨਫਰੰਸ ਦੀ ਗੱਲ ਹੋ ਰਹੀ ਹੈ ਜਿਹੜੀ ਭਾਰਤ ਦਾ ਸੰਵਿਧਾਨ ਲਿਖਣ ਦੇ ਲਈ ਸੈਟਅਪ ਕੀਤੀ ਗਈ ਸੀ ਉਹਦੇ ਦੁਆਰਾ ਪ੍ਰਿਪੇਅਰ ਕੀਤੀ ਗਈ। ਇਸ ਕਾਨਫਰੰਸ ਨੂੰ ਹੈਡ ਕਿਨੇ ਕੀਤਾ? ਦਿਸ ਇਜ਼ ਵੈਰੀ ਇੰਪੋਰਟੈਂਟ ਫॉर ਐਗਜ਼ਾਮ। ਇਸ ਕਾਨਫਰੰਸ ਨੂੰ ਚੇਅਰ ਕੀਤਾ ਮੋਤੀਲਾਲ ਨਹਿਰੂ ਨੇ ਤੇ ਉਹਨਾਂ ਦੇ ਬੇਟੇ ਜਵਾਹਰ ਲਾਲ ਨਹਿਰੂ ਸੈਕਟਰੀ ਬਣੇ। ਸੋ ਇਹ ਦੋ ਇੰਪੋਰਟੈਂਟ ਨਾਮ ਵਿਦ ਰਿਗਾਰਡ ਟੂ ਨਹਿਰੂ ਰਿਪੋਰਟ ਤੁਸੀਂ ਯਾਦ ਰੱਖਣੇ ਆ। ਸੋ ਆਈ ਹੋਪ ਤੁਹਾਨੂੰ ਇੰਨਾ ਕਲੀਅਰ ਹੋ ਗਿਆ ਕਿ ਸੰਵਿਧਾਨ ਦੀ ਗੱਲ ਕਿੱਥੋਂ ਉੱਠੀ, ਕੀ ਚੀਜ਼ ਮੇਨ ਕਾਰਨ ਬਣੀ। ਸੋ ਕਾਰਨ ਬਣਿਆ ਸਾਈਮਨ ਕਮਿਸ਼ਨ, ਉਸ ਤੋਂ ਬਾਅਦ ਮਦਰਾਸ ਸੈਸ਼ਨ 'ਚ ਇੰਪੋਰਟੈਂਟ ਸਟੈਪ ਚੱਕੇ ਗਏ, ਫਿਰ ਆਈ ਨਹਿਰੂ ਰਿਪੋਰਟ ਤੇ ਨਾਲ ਆਲ ਪਾਰਟੀ ਕਾਨਫਰੰਸ ਦਾ ਇੰਪੋਰਟੈਂਟ ਸਟੈਪ। ਹੁਣ ਜਿਹੜਾ ਹਿਸਟੋਰੀਕਲ ਐਵੋਲੂਸ਼ਨ ਹੈ, ਕਿਵੇਂ ਸਫ਼ਰ ਤੈਅ ਕੀਤਾ ਭਾਰਤ ਦੇ ਕਨਸਟੀਟਿਊਸ਼ਨ ਤੱਕ, ਕਿਵੇਂ ਗੱਲ ਪਹੁੰਚੀ, ਕਿਵੇਂ ਭਾਰਤ ਸੰਵਿਧਾਨ ਤਿਆਰ ਹੋਣ ਤੋਂ ਪਹਿਲਾਂ ਰੂਲ ਹੁੰਦਾ ਆ ਰਿਹਾ ਸੀ, ਕੌਣ ਗਵਰਨ ਕਰ ਰਿਹਾ ਸੀ। ਸੋ ਉਹ ਆਪਾਂ ਸਟਾਰਟ ਕਰਾਂਗੇ ਰੈਗੂਲੇਟਿੰਗ ਐਕਟ 1773 ਤੋਂ ਲੈ ਕੇ
इंडियन इंडिपेंडेंस एक्ट 1947 तक। सो ये बहुत लंबी जर्नी रही है इंडियन कॉन्स्टिट्यूशन दी। ਜਦੋਂ ਆਪਾਂ ਨੂੰ ਆਜ਼ਾਦੀ ਮਿਲੀ ਉਹ ਆਜ਼ਾਦੀ ਹਾਸਲ ਕਰਨ ਦੇ ਲਈ ਆਪਣਾ ਅਲੱਗ ਤੋਂ ਸੰਵਿਧਾਨ ਹਾਸਲ ਕਰਨ ਦੇ ਲਈ 1773 ਤੋਂ ਮੇਨ ਲੜਾਈ ਸ਼ੁਰੂ ਹੋ ਗਈ ਸੀ। ਸੋ ਇਹਦੇ ਜਿਹੜੇ ਐਕਟਸ ਨੇ ਇਹ ਸਾਰੇ ਐਕਟਸ ਦੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਜੋ ਇੰਪੋਰਟੈਂਟ ਫੀਚਰਸ ਨੇ ਆਪਾਂ ਵਨ ਬਾय ਵਨ ਦੇਖਾਂਗੇ। ਸਭ ਤੋਂ ਪਹਿਲਾ ਹੈ ਰੈਗੂਲੇਟਿੰਗ ਐਕਟ, then Pitt's India Act, Charter Act ਨੇ ਉਸ ਤੋਂ ਬਾਅਦ 3 1813 ਤੋਂ 53 ਤੱਕ ਦੇ। ਫਿਰ ਹੈ ਗਵਰਨਮੈਂਟ ਆਫ ਇੰਡੀਆ ਐਕਟ 1858 ਜਦੋਂ ਤੋਂ ਜਿਹੜੀ ਕੁਈਨ ਸੀ ਉਹਨੇ ਡਾਇਰੈਕਟ ਐਡਮਿਨਿਸਟ੍ਰੇਸ਼ਨ ਸੰਭਾਲ ਲਈ ਸੀ ਭਾਰਤ ਦੀ। ਇਸ ਤੋਂ ਪਹਿਲਾਂ ਸੀ ਈਸਟ ਇੰਡੀਆ ਕੰਪਨੀ ਦੇ ਵਿੱਚ ਇੰਟਰਫੇਰੈਂਸ। ਫਿਰ ਦੋ ਕਾਉਂਸਲ ਐਕਟ ਆਏ, then ਆਏ ਦੋ ਇੰਪੋਰਟੈਂਟ ਗਵਰਨਮੈਂਟ ਆਫ ਇੰਡੀਆ ਐਕਟ, ਇੱਕ ਦਾ ਨਾਮ ਸੀ ਮॉडलिमिंटो ਰਿਫਾਰਮ 1909, ਦੂਜਾ ਸੀ ਮੌਂਟੇਕ ਚੈਮਸਫੋਰਡ 1919। ਫਿਰ ਆਉਂਦਾ ਮੇਜਰ ਐਕਟ ਗਵਰਨਮੈਂਟ ਆਫ ਇੰਡੀਆ ਐਕਟ 1935 ਜਿਹਦੇ ਅੰਦਰ ਪਹਿਲੀ ਵਾਰੀ ਜੁਡੀਸ਼ਰੀ ਇੱਕ ਸਟਰੋਂਗ ਸਾਹਮਣੇ ਆਈ, ਫੈਡਰਲ ਕੋਰਟ ਬਣੀ। ਦੈਨ ਭਾਰਤ ਨੂੰ ਆਜ਼ਾਦ ਕਰਵਾਉਣ ਵਾਲਾ ਐਕਟ ਇੰਡੀਅਨ ਇੰਡੀਪੈਂਡੈਂਸ ਐਕਟ 1947। ਸੋ ਜਿਹੜੇ ਇਹ ਐਕਟ ਨੇ ਇਹਨਾਂ ਨੂੰ ਆਪਾਂ ਨੇ ਦੋ ਭਾਗਾਂ 'ਚ ਵੰਡ ਕੇ ਪੜ੍ਹਨਾ ਹੈ। The period of British constitutional experiment, historical British constitutional experiment in India can be divided into two phases. So British ਦਾ ਕਿਵੇਂ ਸੰਵਿਧਾਨਿਕ ਤੌਰ ਤੇ ਇੰਡੀਆ ਦੇ ਅੰਦਰ ਕੰਟਰੋਲ ਰਿਹਾ, ਕਿਵੇਂ ਉਹਨਾਂ ਨੇ ਗਵਰਨੈਂਸ ਆਪਣੀ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ, ਉਹ ਚੀਜ਼ ਨੂੰ ਆਪਾਂ ਪੜਾਂਗੇ ਦੋ ਭਾਗਾਂ ਦੇ ਵਿੱਚ। ਪਹਿਲਾ ਜਦੋਂ ਈਸਟ ਇੰਡੀਆ ਕੰਪਨੀ ਦਾ ਰੂਲ ਸੀ 1773 ਤੋਂ 1857 ਤੱਕ, ਫੇਜ਼ 1 ਇਹਦੇ ਅੰਦਰ ਇਹ 5 ਐਕਟ ਨੇ। ਜੇ ਤੁਸੀਂ ਇਹਨੂੰ ਇਸੇ ਤਰ੍ਹਾਂ ਪੜੋਗੇ ਤਾਂ ਪੇਪਰ ਦੇ ਲਈ ਤੁਹਾਨੂੰ ਯਾਦ ਕਰਨਾ ਬਹੁਤ ਸੌਖਾ ਹੋ ਜੂ। ਇਸ ਲਈ ਮੈਂ ਟਰਾਈ ਕੀਤਾ ਕਿ ਜਿੰਨਾ ਈਜ਼ੀ ਹੋ ਸਕੇ ਹਰ ਕਨਸੈਪਟ ਨੂੰ ਮੈਂ ਤੁਹਾਨੂੰ ਇੱਕ ਤਾਂ ਸਿੰਪਲੀਫਾਈਡ ਵੇ ਦੇ ਨਾਲ ਕਹਾਣੀ ਸਟੋਰੀ ਦੀ ਤਰ੍ਹਾਂ ਸਮਝਾਵਾਂ, ਦੂਜਾ ਤੁਹਾਨੂੰ ਰੈਪਰੈਜ਼ੈਂਟ ਵੀ ਇਸ ਤਰੀਕੇ ਨਾਲ ਕਰਾਂ ਕਿ ਤੁਹਾਨੂੰ ਐਜ਼ ਇਟ ਇਜ਼ ਐਵੇਂ ਹੀ ਇਹ ਦੇਖ ਕੇ ਯਾਦ ਹੋ ਜਾਵੇ। ਸੋ ਪਹਿਲਾ ਫੇਜ਼ ਜਦੋਂ ਈਸਟ ਇੰਡੀਆ ਕੰਪਨੀ ਦਾ ਰੂਲ ਸੀ, ਦੂਜਾ ਫੇਜ਼ ਜਦੋਂ ਡਾਇਰੈਕਟਲੀ ਬ੍ਰਿਟਿਸ਼ ਕਰਾਊਨ ਕੁਈਨ ਦਾ ਰੂਲ ਸੀ 1857 ਤੋਂ ਲੈ ਕੇ 1947। ਇਹਦੇ ਅੰਦਰ ਆਉਂਦੇ ਨੇ ਇਹ ਨੀਚੇ ਵਾਲੇ ਸਾਰੇ ਐਕਟ। ਸੋ ਸਟਾਰਟਿੰਗ ਵਿਦ ਦ ਰੈਗੂਲੇਟਿੰਗ ਐਕਟ ਆਫ 1773, ਭਾਰਤ ਦੇ ਅੰਦਰ ਜਿਹੜਾ ਸੈਂਟਰਲਾਈਜੇਸ਼ਨ ਦਾ ਕੰਟਰੋਲ ਕਰਨ ਦਾ ਪ੍ਰੋਸੈਸ ਸ਼ੁਰੂ ਹੋਇਆ ਸੀ ਉਹ ਰੈਗੂਲੇਟਿੰਗ ਐਕਟ ਦੇ ਥਰੂ ਹੀ ਸਟਾਰਟ ਹੋਇਆ ਸੀ। ਇਹ ਪਹਿਲਾ ਐਕਟ ਸੀ ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਨੇ ਪਾਸ ਕੀਤਾ ਸੀ ਭਾਰਤ ਦੇ ਅੰਦਰ ਸਾਰਾ ਕੰਟਰੋਲ ਆਪਣਾ ਕਰਨ ਦੇ ਲਈ। ਨਾਲ ਹੀ ਈਸਟ ਇੰਡੀਆ ਕੰਪਨੀ ਦਾ ਜੋ ਕੰਮਕਾਜ ਸੀ, ਜਿਹੜੇ ਉਹਨਾਂ ਦੇ ਭਾਰਤ ਦੇ ਅੰਦਰ ਰੂਲਿੰਗ ਚੱਲ ਰਹੀ ਸੀ, ਗਵਰਨੈਂਸ ਚੱਲ ਰਹੀ ਸੀ, ਜਿਹੜਾ ਉਹਨਾਂ ਦਾ ਰਾਜ ਚੱਲ ਰਿਹਾ ਸੀ, ਉਹਦੇ ਸਾਰੇ ਅਫੇਅਰਸ ਨੂੰ ਕੰਮਾਂ ਨੂੰ ਰੈਗੂਲੇਟ ਕਰਨ ਦਾ ਐਕਟ। ਸੋ this is the first act passed by British Parliament to control and regulate the affairs of East India Company in India। ਇਸ ਐਕਟ ਦੇ ਅਨੁਸਾਰ ਗਵਰਨਰ ਸੀ ਜਿਹੜਾ ਬੰਗਾਲ ਦਾ, ਉਹਨੂੰ ਗਵਰਨਰ ਜਨਰਲ ਬਣਾਤਾ। ਪਹਿਲੇ ਭਾਰਤ ਦੇ ਗਵਰਨਰ ਜਨਰਲ ਕੌਣ ਸੀ? ਵਾਰਨ ਹੈਸਟਿੰਗ, ਵੈਰੀ ਇੰਪੋਰਟੈਂਟ ਫॉर ਐਗਜ਼ਾਮ। ਉਸ ਤੋਂ ਬਾਅਦ ਜਿਹੜੇ ਗਵਰਨਰ ਸੀ ਬੰਗਾਲ ਦਾ, ਉਹਨਾਂ ਦੇ ਨੀਚੇ ਦੋ ਹੋਰ ਸਬਆਰਡੀਨੇਟ ਗਵਰਨਰ ਬਣਾਤੇ ਸੀ, ਇੱਕ ਬੰਬੇ ਪ੍ਰੈਜ਼ੀਡੈਂਸੀ ਦਾ, ਇੱਕ ਮਦਰਾਸ ਪ੍ਰੈਜ਼ੀਡੈਂਸੀ ਦਾ। ਸਾਰੇ ਜਿੰਨੇ ਰੂਲਸ ਬਣਾਉਣੇ ਹੁੰਦੇ ਸੀ, ਜੋ ਕੰਟਰੋਲ ਕਰਨਾ ਸੀ ਭਾਰਤ ਉੱਤੇ, ਉਹਦੀ ਪੂਰੀ ਦੀ ਪੂਰੀ ਪਾਵਰ ਸੀ ਗਵਰਨਰ ਜਨਰਲ ਕੋਲ। ਤੇ ਗਵਰਨਰ ਜਨਰਲ ਦੀ ਇਸ ਕੰਮ ਵਿੱਚ ਚਾਰ ਹੋਰ ਮੈਂਬਰ ਮਦਦ ਕਰਦੇ ਸੀ ਇੱਕ ਕਾਉਂਸਲ ਦੇ ਤੌਰ ਤੇ। ਜਿਵੇਂ ਹੁਣ ਆਪਣੇ ਪ੍ਰਾਈਮ ਮਿਨਿਸਟਰ ਦਾ ਪੂਰਾ ਇੱਕ ਮਿਨਿਸਟਰੀ ਹੈ, ਕਾਉਂਸਲ ਆਫ ਮਿਨਿਸਟਰ ਨੇ, ਉਹਨਾਂ ਦੀ ਮਦਦ ਕਰਦੇ ਨੇ, ਉਹਨਾਂ ਨੂੰ ਡਿਸੀਜਨ ਲੈਣ 'ਚ ਹੈਲਪ ਕਰਦੇ ਨੇ। ਉਸੇ ਤਰ੍ਹਾਂ ਉਸ ਸਮੇਂ ਦੇ ਗਵਰਨਰ ਜਨਰਲ ਨੂੰ ਅਸਿਸਟ ਕਰਦੇ ਸੀ, ਹੈਲਪ ਕਰਦੇ ਸੀ ਕਾਉਂਸਲ ਆਫ 4 ਮੈਂਬਰ। ਉਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਦੇ ਜਿਹੜੇ ਡਾਇਰੈਕਟਰ ਸੀ ਉਹਨਾਂ ਦਾ ਨੰਬਰ ਫਿਕਸ ਕੀਤਾ ਹੋਇਆ ਸੀ 4। ਗਵਰਨਰ ਜਨਰਲ ਨੂੰ ਕੰਪਨੀ ਦੇ ਡਾਇਰੈਕਟਰਸ ਦੇ ਆਰਡਰ ਨੂੰ ਫੋਲੋ ਕਰਨਾ ਪੈਂਦਾ ਸੀ। ਸੋ ਇਸੇ ਲਾਈਨ ਤੋਂ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਇਸ ਸਮੇਂ ਹਜੇ ਈਸਟ ਇੰਡੀਆ ਕੰਪਨੀ ਦਾ ਇੱਕ ਅਪਰ ਹੈਂਡ ਸੀ ਬ੍ਰਿਟਿਸ਼ ਕਰਾਊਨ ਉੱਤੇ। Revenue of the company should be reported by the court of director who were on the governing body। ਤੇ ਇੱਕ ਸੁਪਰੀਮ ਕੋਰਟ ਇਸਟੈਬਲਿਸ਼ ਕੀਤੀ ਗਈ। This is one of the main feature of regulating act of 1773। ਇਸ ਐਕਟ ਦੇ ਅੰਦਰ ਇੱਕ ਕੋਰਟ ਬਣਾਈ ਗਈ, ਇੱਕ ਸੁਪਰੀਮ ਕੋਰਟ ਕਲਕੱਤੇ ਵਿੱਚ 1774। ਸੁਪਰੀਮ ਕੋਰਟ ਦੇ ਵਿੱਚ ਇੱਕ ਚੀਫ ਜਸਟਿਸ ਸੀ ਤੇ ਨਾਲ 3 ਹੋਰ ਜੱਜਿਸ ਸੀ ਜਿਹੜੇ ਅਸਿਸਟ ਕਰਦੇ ਸੀ। ਸੋ ਇਹ ਕੰਪੋਜੀਸ਼ਨ ਵੀ ਤੁਸੀਂ ਯਾਦ ਰੱਖਣੀ ਹੈ। ਸੁਪਰੀਮ ਕੋਰਟ ਕਿੱਥੇ ਬਣੀ? ਕੈਲਕਟਾ। This is very important for exam।
ਨੈਕਸਟ ਆਉਂਦਾ ਪਿਟਸ ਇੰਡੀਆ ਐਕਟ 1784 ਦਾ। ਭਾਰਤ ਦੀ ਸੰਵਿਧਾਨਿਕ ਹਿਸਟਰੀ ਦੀ ਜੇ ਗੱਲ ਕਰੀਏ ਤਾਂ ਇਸ ਐਕਟ ਨੇ ਬਹੁਤ ਮੇਜਰ ਚੇਂਜਸ ਲਿਆਂਦੀਆਂ, ਬਦਲਾਵ ਲੈ ਕੇ ਆਏ। ਇਸ ਐਕਟ ਦੇ ਅਨੁਸਾਰ ਹੁਣ ਜਿਹੜੀ ਈਸਟ ਇੰਡੀਆ ਕੰਪਨੀ ਦੇ ਟੈਰੀਟਰੀ ਸੀ, ਜਿੱਥੇ ਜਿੱਥੇ ਭਾਰਤ ਦੇ ਅੰਦਰ ਜਿਹੜੇ ਏਰੀਆ ਤੱਕ, ਜਿਹੜੇ ਕੋਨੇ ਤੱਕ ਭਾਰਤ ਦੇ ਈਸਟ ਇੰਡੀਆ ਕੰਪਨੀ ਦਾ ਕੰਟਰੋਲ ਸੀ, ਉਹਨੂੰ ਹੁਣ ਨਾਮ ਦਿੱਤਾ ਗਿਆ ਪ੍ਰੋਪਰ ਬ੍ਰਿਟਿਸ਼ ਪੋਜੈਸ਼ਨਸ ਇਨ ਇੰਡੀਆ। ਹੁਣ ਈਸਟ ਇੰਡੀਆ ਕੰਪਨੀ ਦਾ ਨਾਮ ਹਟਾ ਕੇ ਇਨਡਾਇਰੈਕਟਲੀ ਬ੍ਰਿਟਿਸ਼ ਨੇ ਆਪਣੀ ਜਿਹੜੀ ਇੱਕ ਡਾਇਰੈਕਟ ਉਹਨਾਂ ਦੀ ਇੱਛਾ ਸੀ ਭਾਰਤ ਨੂੰ ਗਵਰਨ ਕਰਨ ਦੀ, ਰੂਲ ਕਰਨ ਦੀ, ਉਹ ਦਿਖਾਉਣੀ ਸ਼ੁਰੂ ਕਰਤੀ ਸੀ। ਸੋ ਭਾਰਤ ਦੇ ਅੰਦਰ ਜੋ ਵੀ ਈਸਟ ਇੰਡੀਆ ਕੰਪਨੀ ਜਿਹੜੇ ਏਰੀਆ ਦੇ ਵਿੱਚ ਰੂਲ ਕਰਦੀ ਸੀ, ਉਸ ਏਰੀਆ ਨੂੰ ਨਾਮ ਦਿੱਤਾ ਬ੍ਰਿਟਿਸ਼ ਪੋਜੈਸ਼ਨਸ ਇਨ ਇੰਡੀਆ। ਇਸ ਐਕਟ ਦੇ ਅਨੁਸਾਰ ਇੱਕ ਇਕੱਠੀ ਸਰਕਾਰ ਬ੍ਰਿਟਿਸ਼ ਇੰਡੀਆ ਰਨ ਬਾय ਕਰਾਊਨ ਐਂਡ ਕੰਪਨੀ ਵਾਸ ਐਸਟੈਬਲਿਸ਼ਡ। ਸੋ ਮੈਂ ਤੁਹਾਨੂੰ ਹੁਣੀ ਦੱਸ ਕੇ ਹਟਿਆ ਕਿ ਇਹਦੇ ਤੋਂ ਪਤਾ ਲੱਗ ਗਿਆ ਆਪਾਂ ਨੂੰ ਕਿ ਬ੍ਰਿਟਿਸ਼ ਕਰਾਊਨ ਦੀ ਜਿਹੜੀ ਇੱਛਾ ਹੈ ਈਸਟ ਇੰਡੀਆ ਕੰਪਨੀ ਦੇ ਪਿੱਛੇ ਲੱਗ ਕੇ ਇਨਡਾਇਰੈਕਟਲੀ ਭਾਰਤ ਦੇ ਵਿੱਚ ਐਜ਼ ਅ ਗਵਰਨਿੰਗ ਅਥਾਰਟੀ ਰੂਲ ਕਰਨ ਦੀ, ਕੰਟਰੋਲ ਕਰਨ ਦੀ ਉਹ ਦਿਖੀ ਸੀ। ਸੋ ਉਹੀ ਹੁਣ ਆਪਾਂ ਨੂੰ ਨੈਕਸਟ ਪਾਰਟ ਦੇ ਵਿੱਚ ਕਲੀਅਰ ਹੋ ਜਾਂਦਾ ਕਿ ਬ੍ਰਿਟਿਸ਼ ਕਰਾਊਨ ਨੇ ਈਸਟ ਇੰਡੀਆ ਕੰਪਨੀ ਨਾਲ ਮਿਲ ਕੇ ਇੱਕ ਇਕੱਠੀ ਸਰਕਾਰ ਇਸਟੈਬਲਿਸ਼ ਕਰ ਲਈ ਸੀ। ਗਵਰਨਮੈਂਟ ਹੈਡ ਦ ਅਲਟੀਮੇਟ ਪਾਵਰ ਐਂਡ ਅਥਾਰਟੀ। ਕੋਰਟ ਆਫ ਡਾਇਰੈਕਟਰਸ ਵਾਸ ਫਾਰਮਡ ਫॉर ਕਮਰਸ਼ੀਅਲ ਆਪਰੇਸ਼ਨ ਤੇ ਨਾਲ 6 ਮੈਂਬਰ ਬਣਾਏ ਸੀ ਬੋਰਡ ਆਫ ਕੰਟਰੋਲ ਦੇ, ਜਿਹੜੇ ਅਲੱਗ ਤੋਂ ਪੋਲੀਟੀਕਲ ਕੰਮ ਦੇਖਣਗੇ। ਸੋ ਇਸ ਐਕਟ ਨੇ ਜਿਹੜਾ ਕੰਪਨੀ ਦਾ ਕੰਮ ਹੈ ਉਹਨੂੰ ਕਹਤਾ ਕਿ ਤੁਸੀਂ ਸਿਰਫ ਆਪਣਾ ਕਮਰਸ਼ੀਅਲ ਆਪਰੇਸ਼ਨ ਤੱਕ ਦੇਖੋ। ਹੁਣ ਸਾਡੀ ਸਰਕਾਰ ਵੀ ਵਿੱਚ ਇੰਟਰਫੇਅਰ ਕਰ ਰਹੀ ਹੈ, ਵਿੱਚ ਆ ਗਈ ਹੈ, ਤੁਹਾਡੇ ਨਾਲ ਜੁੜ ਕੇ ਭਾਰਤ ਨੂੰ ਕੰਟਰੋਲ ਕਰੂਗੀ। ਸੋ ਬ੍ਰਿਟਿਸ਼ ਸਰਕਾਰ ਨੇ ਅਲੱਗ ਤੋਂ ਇੱਕ ਬੋਰਡ ਆਫ ਕੰਟਰੋਲ ਬਣਾਤਾ 6 ਮੈਂਬਰ ਦਾ, ਜਿਹੜਾ ਪੋਲੀਟੀਕਲ ਸਾਰਾ ਕੰਮ ਦੇਖੂਗਾ। ਗਵਰਨਰ ਜਨਰਲ ਦਾ ਜਿਹੜਾ ਕਾਉਂਸਲ ਸੀ, ਪਹਿਲਾਂ ਮੈਂ ਤੁਹਾਨੂੰ ਦੱਸ ਕੇ ਹਟੀਆਂ ਰੈਗੂਲੇਟਿੰਗ ਐਕਟ ਦੇ ਅੰਦਰ ਕਿ 4 ਬੰਦੇ ਗਵਰਨਰ ਜਨਰਲ ਨੂੰ ਹੈਲਪ ਕਰਦੇ ਸੀ ਕਾਉਂਸਲ 'ਚ, ਹੁਣ ਉਹ 4 ਘਟਾ ਕੇ 3 ਕਰਤੇ। ਨਾਲ ਹੀ ਗਵਰਨਿੰਗ ਕਾਉਂਸਲ ਬਣਾਤੇ ਸੀਗੇ ਮਦਰਾਸ ਤੇ ਬੰਬੇ ਵਿੱਚ। ਫਿਰ ਆਉਂਦਾ ਚਾਰਟਰ ਐਕਟ 1813 ਦਾ। ਚਾਰਟਰ ਐਕਟ ਨੇ ਟ੍ਰੇਡ ਉੱਤੇ ਜਿਹੜਾ ਕਾਰੋਬਾਰ ਸੀ ਭਾਰਤ ਦੇ ਅੰਦਰ, ਜਿਹੜਾ ਕੱਲਾ ਈਸਟ ਇੰਡੀਆ ਕੰਪਨੀ ਕਰ ਰਿਹਾ ਸੀ, ਉਹਨੇ ਇੱਕ ਆਪਣੀ ਮੋਨੋਪੋਲੀ ਤਿਆਰ ਕਰ ਲਈ ਸੀ, ਕਿਸੇ ਹੋਰ ਨੂੰ ਕੋਈ ਉਹਦੇ ਵਿੱਚ ਅਲਾਉ ਨਹੀਂ ਸੀ ਕੰਮ ਕਰਨਾ, ਟ੍ਰੇਡ ਕਰਨਾ, ਉਸ ਚੀਜ਼ ਨੂੰ ਖਤਮ ਕਰਤਾ। ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਰਿਮੈਂਬਰ। 1813 ਵਾਲੇ ਐਕਟ ਨੇ ਟ੍ਰੇਡ ਦੇ ਉੱਤੇ ਜਿਹੜੀ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ ਹੈ, it brought an end to that monopoly. Trade with India was open to all British citizens with the exception of tea trade. ਫਿਰ ਆਉਂਦਾ 1833 ਦਾ ਚਾਰਟਰ ਐਕਟ। ਹੁਣ ਇਹਦੇ 'ਚ ਇੱਕ ਮੇਜਰ ਚੇਂਜ ਆਈ, ਜਿਹੜਾ ਗਵਰਨਰ ਜਨਰਲ ਬੰਗਾਲ ਵਾਲਾ ਸੀ, ਹੁਣ ਉਹਦਾ ਨਾਮ ਬਦਲ ਕੇ ਰੱਖਤਾ ਗਵਰਨਰ ਜਨਰਲ ਆਫ ਇੰਡੀਆ ਤੇ ਲਾਰਡ ਵਿਲੀਅਮ ਬੈਂਟਿਕ ਬਣੇ ਪਹਿਲੇ ਭਾਰਤ ਦੇ ਗਵਰਨਰ ਜਨਰਲ। ਈਸਟ ਇੰਡੀਆ ਕੰਪਨੀ ਦਾ ਜਿਹੜਾ ਐਜ਼ ਐਨ ਐਡਮਿਨਿਸਟ੍ਰੇਟਿਵ ਬੋਡੀ ਕਾਰਜਕਾਲ ਸੀ, ਕੰਮ ਸੀ, ਉਹ ਹੁਣ ਬਿਲਕੁਲ ਖਤਮ ਕਰਤਾ ਸੀ। ਈਸਟ ਇੰਡੀਆ ਕੰਪਨੀ ਇੱਕ ਕਮਰਸ਼ੀਅਲ ਬੋਡੀ ਵੀ ਨਹੀਂ ਸੀ ਰਹੀ। ਗਵਰਨਰ ਜਨਰਲ ਨੂੰ ਪੂਰਾ ਦਾ ਪੂਰਾ ਕੰਟਰੋਲ ਦੇਤਾ ਸੀ, ਚਾਹੇ ਰੈਵਨਿਊ ਹੈ, ਚਾਹੇ ਸਿਵਲ ਹੈ, ਮਿਲਟਰੀ ਕੰਮ ਹੈ, ਹਰ ਕਿਸੇ ਚੀਜ਼ ਉੱਤੇ ਪੂਰਾ ਕੰਟਰੋਲ ਹੋਊਗਾ ਗਵਰਨਰ ਜਨਰਲ ਦਾ। 1833 ਵਾਲਾ ਜਿਹੜਾ ਐਕਟ ਹੈ, ਇਹ ਆਖਰੀ ਸਟੈਪ ਸੀ ਸੈਂਟਰਲਾਈਜੇਸ਼ਨ ਦੇ ਪ੍ਰੋਸੈਸ ਵਿੱਚ। ਉਸ ਤੋਂ ਬਾਅਦ ਜਿਹੜੀ ਕਰਾਊਨ ਸੀ, ਬ੍ਰਿਟਿਸ਼ ਗਵਰਨਮੈਂਟ ਸੀ, ਉਹਨੇ ਆਪਣੇ ਤਰੀਕੇ ਦੇ ਨਾਲ ਸਾਰਾ ਜਿਹੜਾ ਰੈਗੂਲੇਟ ਸੀ ਉਹ ਕਰਨਾ ਸਟਾਰਟ ਕੀਤਾ। ਇਸ ਤੋਂ ਪਹਿਲਾਂ ਜਿਹੜਾ ਰੈਗੂਲੇਟਿੰਗ ਐਕਟ ਸੀ 1773 ਵਾਲਾ, ਮੇਨ ਉਹਦੇ ਅਕੋਰਡਿੰਗ ਹੀ ਸਾਰਾ ਪ੍ਰੋਸੈਸ ਸੈਂਟਰਲਾਈਜੇਸ਼ਨ ਦਾ ਚੱਲ ਰਿਹਾ ਸੀ। ਦੈਨ ਕੇਮ 1853 ਚਾਰਟਰ ਐਕਟ। ਸਿਵਲ ਸਰਵਿਸ ਐਗਜ਼ਾਮੀਨੇਸ਼ਨ ਇੰਟਰੋਡਿਊਸ ਕੀਤਾ ਗਿਆ ਸੀ ਪਹਿਲੀ ਵਾਰੀ ਇਸ ਐਕਟ ਦੇ ਅੰਦਰ। ਦਿਸ ਇਜ਼ ਵੈਰੀ ਇੰਪੋਰਟੈਂਟ ਫੈਕਟ ਫॉर ਐਗਜ਼ਾਮ। ਸਿਵਲ ਸਰਵਿਸਿਜ਼ ਐਗਜ਼ਾਮ ਕੀ ਹੈ? ਇੱਕ ਕੰਪੀਟੀਟਿਵ ਐਗਜ਼ਾਮ ਹੈ ਜਿਹਦੇ ਨਾਲ ਇੱਕ ਇੰਪੋਰਟੈਂਟ ਆਫੀਸਰ ਲੈਵਲ ਦੀ ਵਾਈਟ ਕਾਲਰ ਜੌਬ ਦੇ ਲਈ ਰਿਕਰੂਟ ਕੀਤਾ ਜਾਂਦਾ ਹੈ ਸਿਵਲ ਸਰਵਿਸਿਜ਼ ਦੇ ਲਈ। ਉਸ ਤੋਂ ਬਾਅਦ ਇਸ ਐਕਟ ਦੇ ਅੰਦਰ ਗਵਰਨਰ ਜਨਰਲ ਦੇ 2 ਕੰਮਾਂ ਨੂੰ ਅਲੱਗ ਕਰਤਾ, ਸੈਪਰੇਟ ਕਰਤਾ। ਜਿਵੇਂ ਹੁਣ ਆਪਣੇ ਕੋਲ ਮੌਜੂਦਾ ਜਿਹੜਾ ਭਾਰਤ ਦੀ ਸਰਕਾਰ ਹੈ, ਉਹਦੇ ਸਰਕਾਰ ਦੇ 3 ਆਰਗਨਸ ਨੇ, ਜੁਡੀਸ਼ਰੀ, ਐਗਜ਼ੀਕਿਊਟਿਵ, ਲੈਜਿਸਲੇਟਿਵ, ਤਿੰਨਾਂ ਦਾ ਵੱਖ-ਵੱਖ ਕੰਮ ਹੈ। ਉਸੇ ਤਰ੍ਹਾਂ 1853 ਗਵਰਨਰ ਜਨਰਲ ਦੇ ਵੀ ਐਗਜ਼ੀਕਿਊਟਿਵ ਤੇ ਲੈਜਿਸਲੇਸ਼ਨ ਕੰਮਾਂ ਨੂੰ ਅਲੱਗ ਕਰਤਾ। ਤੇ ਇਸ ਐਕਟ ਨੇ ਕਿਹਾ ਕਿ ਜਿਹੜੀ ਲੈਜਿਸਲੇਟਿਵ ਕਾਉਂਸਲ ਹੈ ਉਹਦੇ ਵਿੱਚ 6 ਨਵੇਂ ਮੈਂਬਰਸ ਨੂੰ ਐਡ ਕੀਤਾ ਜਾਵੇ। 4 ਮੈਂਬਰਸ ਨੇ ਜਿਹੜੇ ਉਹ ਪ੍ਰੋਵਿੰਸ਼ੀਅਲ ਸਰਕਾਰਾਂ ਚੋਂ ਹੋਣਗੇ, ਬੰਗਾਲ, ਬੰਬੇ, ਮਦਰਾਸ ਤੇ ਆਗਰੇ ਚੋਂ। ਇਸ ਐਕਟ ਦੇ ਅਨੁਸਾਰ ਜਿਹੜੀ ਗਵਰਨਰ ਜਨਰਲ ਦੀ ਲੈਜਿਸਲੇਟਿਵ ਕਾਉਂਸਲ ਹੈ ਉਹਨੂੰ ਇੱਕ ਨਾਮ ਦਿੱਤਾ ਗਿਆ ਸੈਂਟਰਲ ਲੈਜਿਸਲੇਟਿਵ ਕਾਉਂਸਲ।
ਤੇ ਇਹਨੇ ਇੱਕ ਛੋਟੀ ਪਾਰਲੀਮੈਂਟ ਦੇ ਤੌਰ ਤੇ ਆਪਣਾ ਕੰਮ ਸ਼ੁਰੂ ਕੀਤਾ। Then came Government of India Act 1858. This is very important. ਜਿਹੜਾ Government of India Act ਹੈ 1858 ਦਾ, ਇਹਨੂੰ ਬ੍ਰਿਟਿਸ਼ ਪਾਰਲੀਮੈਂਟ ਨੇ ਪਾਸ ਕੀਤਾ ਤੇ ਇਹਦੇ ਨਾਲ ਹੀ ਇਸ ਐਕਟ ਦੇ ਪਾਸ ਹੁੰਦਿਆਂ ਹੀ ਈਸਟ ਇੰਡੀਆ ਕੰਪਨੀ ਦਾ ਸਾਰਾ ਰੂਲ ਭਾਰਤ ਚੋਂ ਖਤਮ ਕਰਤਾ। ਕੰਪਲੀਟ 100% ਪਾਵਰ ਟ੍ਰਾਂਸਫਰ ਕਰਤੀ ਬ੍ਰਿਟਿਸ਼ ਕਰਾਊਨ ਨੂੰ। So Government of India Act of 1858 passed by British Parliament brought an end to the rule of East India Company. The parts were transferred to British Crown. ਹੁਣ ਕੀ ਸੀ, ਜਿਹੜੀ ਸੈਕਟਰੀ ਸੀ ਸਟੇਟ ਦੀ ਭਾਰਤ ਦੇ ਲਈ, ਉਹਨੂੰ ਪਾਵਰਸ ਦਿੱਤੀਆਂ ਤੇ ਡਿਊਟੀਆਂ ਦਿੱਤੀਆਂ ਸੀ ਜਿਹੜੀਆਂ ਪਹਿਲਾਂ ਈਸਟ ਇੰਡੀਆ ਕੰਪਨੀ ਦੇ ਕੋਰਟ ਦੇ ਡਾਇਰੈਕਟਰਸ ਦੇ ਕੋਲ ਪਾਵਰ ਸੀ। ਨਾਲ ਹੀ ਕੰਟਰੋਲਡ ਦ ਇੰਡੀਅਨ ਐਡਮਿਨਿਸਟ੍ਰੇਸ਼ਨ ਥਰੂ ਵਾਇਸਰਾਏ ਆਫ ਇੰਡੀਆ। ਪੂਰੀ ਦੀ ਪੂਰੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਭਾਰਤ ਦਾ ਪੂਰਾ ਕੰਮ ਹੈ ਉਹਦੇ ਲਈ ਇੱਕ ਵਾਇਸਰਾਏ ਤਿਆਰ ਕਰਤਾ। ਹੁਣ ਜਿਹੜੇ ਪਹਿਲਾਂ ਗਵਰਨਰ ਜਨਰਲਸ ਵਾਲੀਆਂ ਪੋਜੀਸ਼ਨ ਸੀ ਉਹ ਖਤਮ ਹੋ ਗਈਆਂ, ਉਹਨਾਂ ਦੀ ਬਜਾਏ ਆ ਗਿਆ ਵਾਇਸਰਾਏ ਆਫ ਇੰਡੀਆ ਤੇ ਭਾਰਤ ਦੇ ਪਹਿਲੇ ਵਾਇਸਰਾਏ ਬਣੇ ਲਾਰਡ ਕੈਨਿੰਗ। ਵੈਰੀ ਇੰਪੋਰਟੈਂਟ। ਜਿਹੜੀ ਸੈਕਟਰੀ ਸੀ ਸਟੇਟ ਦੀ ਭਾਰਤ ਦੇ ਲਈ, ਉਹਨੂੰ ਇੱਕ ਕਾਉਂਸਲ ਅਸਿਸਟ ਕਰਦੀ ਸੀ, ਹੈਲਪ ਕਰਦੀ ਸੀ। ਇਸ ਕਾਉਂਸਲ ਦੇ ਵਿੱਚ 15 ਮੈਂਬਰ ਸੀ ਤੇ ਕਾਉਂਸਲ ਸਿਰਫ ਔਰ ਸਿਰਫ ਇੱਕ ਐਡਵਾਈਜ਼ਰੀ ਬਾਡੀ ਸੀ। ਕਾਉਂਸਲ ਸਿਰਫ ਐਡਵਾਈਸ ਦੇ ਸਕਦੀ ਸੀ, ਜਿਹੜੀ ਕਾਉਂਸਲ ਆਫ ਇੰਡੀਆ ਸੀ ਐਜ਼ ਸੱਚ ਉਹ ਕਹਿ ਕੇ ਕੋਈ ਆਪਣੀ ਮਰਜ਼ੀ ਨਾਲ ਕੰਮ ਨਹੀਂ ਸੀ ਕਰਵਾ ਸਕਦੀ ਸੈਕਟਰੀ ਆਫ ਸਟੇਟ ਤੋਂ। ਫਿਰ ਆਉਂਦਾ 1861 ਦਾ ਇੰਡੀਅਨ ਕਾਉਂਸਲ ਐਕਟ। ਇਹਦੇ ਵਿੱਚ ਕੀ ਹੋਇਆ, ਇੰਡੀਅਨਸ ਨੂੰ, ਭਾਰਤੀਆਂ ਨੂੰ ਪਹਿਲੀ ਵਾਰੀ ਜਿਹੜੀ ਵਾਇਸਰਾਏ ਦੀ ਲੈਜਿਸਲੇਟਿਵ ਕਾਉਂਸਲ ਸੀ ਉਹਦੇ ਵਿੱਚ ਨੌਨ ਅਫੀਸ਼ੀਅਲ ਮੈਂਬਰ ਦੇ ਤੌਰ ਤੇ ਨੋਮੀਨੇਟ ਕੀਤਾ। ਇਹ ਇੰਪੋਰਟੈਂਟ ਸਟੈਪ ਸੀ ਤੇ ਐਗਜ਼ਾਮ ਦੇ ਲਈ ਵੀ ਇਹ ਕਾਫੀ ਇੰਪੋਰਟੈਂਟ ਹੈ। ਬਹੁਤ ਵਾਰੀ ਡਾਇਰੈਕਟਲੀ ਕੁਐਸਚਨ ਆਉਂਦਾ ਕਿ ਕਿਹੜੇ ਐਕਟ ਦੇ ਅੰਦਰ ਪਹਿਲੀ ਵਾਰੀ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਇੰਡੀਅਨ ਮੈਂਬਰਸ ਦੀ ਐਂਟਰੀ ਹੋਈ। ਲੈਜਿਸਲੇਟਿਵ ਕਾਉਂਸਲ ਦੋ ਜਗ੍ਹਾ ਦੇ ਉੱਤੇ ਤਿਆਰ ਕੀਤੇ, ਪ੍ਰੋਵਿੰਸਿਸ ਸਟੇਟਸ ਦਾ ਅੱਡ, ਸੈਂਟਰ ਦਾ ਅੱਡ। ਲੈਜਿਸਲੇਟਿਵ ਪਾਵਰ ਸੀ ਜਿਹੜੀਆਂ ਬੰਬੇ ਮਦਰਾਸ ਪ੍ਰੋਵਿੰਸਿਸ ਦੀਆਂ, ਉਹਨਾਂ ਨੂੰ ਦੁਬਾਰਾ ਰੀਸਟੋਰ ਕਰਤਾ। ਲੈਜਿਸਲੇਟਿਵ ਕਾਉਂਸਲ ਕਿੱਥੇ ਸਟਾਰਟ ਹੋਏ, ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ। ਬਾਰ ਐਗਜ਼ਾਮ 'ਚ ਰਿਪੀਟ ਹੁੰਦਾ ਤੇ ਬਹੁਤ ਵਾਰੀ ਸਟੂਡੈਂਟਸ ਇਹਨੂੰ ਇਗਨੋਰ ਕਰ ਦਿੰਦੇ ਨੇ। ਲੈਜਿਸਲੇਟਿਵ ਕਾਉਂਸਲ ਦੀ ਸ਼ੁਰੂਆਤ ਹੋਈ ਸੀ ਇਸ ਐਕਟ ਦੇ ਅੰਦਰ ਪ੍ਰੋਵਿੰਸਿਸ ਆਫ ਪੰਜਾਬ, ਨਾਰਥ ਵੈਸਟਰਨ ਫਰੰਟੀਅਰ ਪ੍ਰੋਵਿੰਸ ਤੇ ਨਾਲ ਬੰਗਾਲ। ਤਿੰਨ ਚੀਜ਼ਾਂ ਇਹ ਤੁਸੀਂ ਯਾਦ ਰੱਖਣੀਆਂ ਨੇ, ਤਿੰਨ ਇੰਪੋਰਟੈਂਟ ਨਾਮ। ਫਿਰ 1892 ਦਾ ਇੰਡੀਅਨ ਕਾਉਂਸਲ ਐਕਟ। ਇਹਦੇ ਵਿੱਚ ਲੈਜਿਸਲੇਟਿਵ ਕਾਉਂਸਲ ਦਾ ਸਾਈਜ਼ ਵਧਾਤਾ, ਜ਼ਿਆਦਾ ਪਾਵਰ ਦੇਤੀਆਂ। ਹੁਣ ਕੀ ਸੀ, ਲੈਜਿਸਲੇਟਿਵ ਕਾਉਂਸਲ ਨੂੰ ਉਹ ਡੈਲੀਬਰੇਟ ਕਰ ਸਕਦੇ ਸੀ ਬਜਟ ਉੱਤੇ, ਕੁਐਸਚਨਸ ਪੁੱਛ ਸਕਦੇ ਸੀ ਐਗਜ਼ੀਕਿਊਟਿਵ ਨੂੰ। ਇਨਡਾਇਰੈਕਟ ਇਲੈਕਸ਼ਨਸ ਹੋਈਆਂ ਪਹਿਲੀ ਵਾਰੀ, ਵੈਰੀ ਇੰਪੋਰਟੈਂਟ। ਇਸ ਤੋਂ ਪਹਿਲਾਂ ਇਲੈਕਸ਼ਨਸ ਦੀ ਆਪਾਂ ਨੇ ਕਿਤੇ ਗੱਲ ਨਹੀਂ ਕੀਤੀ, ਪਰ ਹੁਣ ਜਿਵੇਂ ਆਪਾਂ ਦੇਖਦੇ ਜਾ ਰਹੇ ਹਾਂ ਕਿ ਕਾਉਂਸਲ ਬਣ ਰਹੇ ਨੇ, ਛੋਟੀਆਂ-ਮੋਟੀਆਂ ਮਿਨੀ ਪਾਰਲੀਮੈਂਟਸ ਦੀ ਫਾਰਮ ਸਰਕਾਰ ਆ ਰਹੀ ਹੈ, ਸੋ ਹੁਣ ਇਲੈਕਸ਼ਨਸ ਦੀ ਵੀ ਗੱਲ ਜ਼ਰੂਰ ਆਊਗੀ। ਸੋ ਇਨਡਾਇਰੈਕਟ ਇਲੈਕਸ਼ਨਸ ਪਹਿਲੀ ਵਾਰੀ ਇੰਡੀਅਨ ਕਾਉਂਸਲ ਐਕਟ ਆਫ 1892 ਦੇ ਅੰਦਰ ਇੰਟਰੋਡਿਊਸ ਕੀਤੀਆਂ ਗਈਆਂ। Principle of representation was introduced as per provisions given in the Indian Council Act of 1892. ਉਸ ਤੋਂ ਬਾਅਦ ਆਉਂਦਾ ਮੇਜਰ ਐਕਟ, ਵੈਰੀ ਇੰਪੋਰਟੈਂਟ, 1909 ਦਾ ਮੋਰਲੇ ਮਿੰਟੋ ਰਿਫਾਰਮ। So Indian Councils Act of 1909 is commonly known as Morley Minto Reform. For the first time, ਪਹਿਲੀ ਵਾਰੀ, ਇਸ ਤੋਂ ਪਹਿਲਾਂ ਕੀ ਸੀ, ਇਨਡਾਇਰੈਕਟ ਇਲੈਕਸ਼ਨ ਦੀ ਸ਼ੁਰੂਆਤ ਹੋ ਗਈ ਸੀ, ਪਰ ਇਸ ਐਕਟ ਤੋਂ ਲੈਜਿਸਲੇਟਿਵ ਕਾਉਂਸਲ ਦੇ ਲਈ ਡਾਇਰੈਕਟ ਇਲੈਕਸ਼ਨਸ ਦੀ ਸ਼ੁਰੂਆਤ ਹੋ ਗਈ ਸੀ। ਇਹ ਜਿਹੜੇ ਛੋਟੇ ਫੈਕਟਸ ਨੇ, ਇਹਨਾਂ ਨੂੰ ਤੁਸੀਂ ਜਦੋਂ ਰਿਵਾਈਜ਼ ਕਰੋਗੇ ਤਾਂ ਹੀ ਤੁਹਾਡੇ ਦਿਮਾਗ 'ਚ ਬੈਠਣਗੀਆਂ। ਟਰਾਈ ਕਰੋ ਕਿ ਇੱਕ ਸਟੋਰੀ ਦੀ ਤਰ੍ਹਾਂ ਇੱਕ ਆਪਣੇ ਦਿਮਾਗ ਦੇ ਅੰਦਰ ਟਾਈਮਲਾਈਨ ਕ੍ਰੀਏਟ ਕਰਕੇ ਕਿ ਪਹਿਲਾਂ ਕੀ ਸੀ, ਫਿਰ ਕਿਵੇਂ ਇਨਡਾਇਰੈਕਟ ਤੋਂ ਡਾਇਰੈਕਟ ਇਲੈਕਸ਼ਨਾਂ ਸ਼ੁਰੂ ਹੋਈਆਂ। ਸੋ ਇਸ ਤਰੀਕੇ ਨਾਲ ਰਿਵਾਈਜ਼ ਕਰੋ, ਪੁਆਇੰਟਰਸ ਫਾਰਮ ਦੇ ਵਿੱਚ ਲਿਖ ਕੇ ਡੇਟਸ ਨੂੰ ਯਾਦ ਕਰੋ। ਦੈਨ ਸੈਂਟਰਲ ਲੈਜਿਸਲੇਟਿਵ ਕਾਉਂਸਲ ਦਾ ਨਾਮ ਬਦਲ ਕੇ ਰੱਖਤਾ ਇੰਪੀਰੀਅਲ ਲੈਜਿਸਲੇਟਿਵ ਕਾਉਂਸਲ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼ ਸੀ ਸੈਪਰੇਟ ਇਲੈਕਟੋਰੇਟ ਦਿੱਤਾ ਗਿਆ, ਕਮਿਊਨਲ ਰੈਪਰੈਜ਼ੈਂਟੇਸ਼ਨ ਸਿਸਟਮ ਇੰਟਰੋਡਿਊਸ ਕੀਤਾ ਇਸ ਐਕਟ ਨੇ, ਜਿਹਦੀ ਬਹੁਤ ਜਾਣੇ ਨੇ ਨਿੰਦਾ ਕੀਤੀ। ਜਿਹੜੇ ਭਾਰਤੀ ਸੀ ਉਹਨਾਂ ਨੇ ਸੋਚਿਆ, ਸਪੈਸ਼ਲੀ ਜਿਹੜੇ ਕਾਂਗਰਸ ਦੇ ਲੀਡਰ ਸੀ, ਕਿ ਸ਼ਾਇਦ ਇਹ ਜਿਹੜਾ ਐਕਟ ਹੈ ਇਹਦੇ ਪਿੱਛੇ ਬ੍ਰਿਟਿਸ਼ਰਸ ਦੀ ਮਨਸ਼ਾ ਹੈ, ਉਹਨਾਂ ਦਾ ਏਮ ਹੈ, ਟਾਰਗੇਟ ਹੈ ਭਾਰਤ ਦੇ ਅੰਦਰ ਹਿੰਦੂ ਤੇ ਮੁਸਲਿਮਸ ਨੂੰ ਆਪਸ ਦੇ ਵਿੱਚ
ਵੰਡ ਕਰਨੀ, ਉਹਨਾਂ ਦਾ ਬੰਟਵਾਰਾ ਕਰਨਾ, ਉਹਨਾਂ ਨੂੰ ਆਪਸ ਦੇ ਵਿੱਚ ਤੋੜਨਾ, ਉਹਨਾਂ ਦਾ ਭਾਈਚਾਰਾ ਖਰਾਬ ਕਰਨਾ। ਇਸੇ ਲਈ ਅਲੱਗ ਤੋਂ ਇੱਕ ਸਿਸਟਮ ਤਿਆਰ ਕੀਤਾ ਸੀ ਜਿੱਥੇ ਸੀਟਸ ਸਿਰਫ ਮੁਸਲਿਮਸ ਦੇ ਲਈ ਰਿਜ਼ਰਵ ਕੀਤੀਆਂ ਗਈਆਂ, ਉੱਥੇ ਸਿਰਫ ਮੁਸਲਿਮਸ ਪੋਲ ਕਰ ਸਕਦੇ ਸੀ। So communal representation system was introduced by giving separate electorate। ਇਹ question ਸਭ ਤੋਂ ਜ਼ਿਆਦਾ favorite examiners ਦਾ ਬਾਰ-ਬਾਰ ਪੁੱਛਦੇ ਨੇ। It was a system where seats were reserved only for Muslim and only Muslims would be polled. For the first time, Indians were appointed to Executive Council of Viceroy। ਇਸ ਤੋਂ ਪਹਿਲਾਂ ਇੰਡੀਅਨਸ ਦੀ ਐਂਟਰੀ ਹੋ ਗਈ ਸੀ as non-official member Legislative Council। ਹੁਣ ਇਸ ਐਕਟ ਤੋਂ ਬਾਅਦ ਭਾਰਤੀਆਂ ਨੇ ਆਪਣੀ ਐਂਟਰੀ ਕਰ ਲਈ ਸੀ ਵਾਇਸਰਾਏ ਦੇ ਐਗਜ਼ੀਕਿਊਟਿਵ ਕਾਉਂਸਲ ਵਿੱਚ। ਸਤੇਂਦਰ ਸਿਨਹਾ ਲਾਅ ਮੈਂਬਰ ਬਣੇ ਐਗਜ਼ੀਕਿਊਟਿਵ ਕਾਉਂਸਲ ਵਿੱਚ। ਦਿਸ ਇਜ਼ very important for exam। ਫਿਰ ਆਉਂਦਾ another important act, ਗਵਰਨਮੈਂਟ ਆਫ ਇੰਡੀਆ ਐਕਟ 1919, ਜਿਹਨੂੰ ਮੌਂਟੇਗ ਚੈਮਸਫੋਰਡ ਰਿਫਾਰਮ ਦਾ ਨਾਮ ਵੀ ਦਿੱਤਾ ਗਿਆ। ਇਹਦੇ ਵਿੱਚ ਬਾਇਕੈਮਰਲਿਜ਼ਮ ਪਹਿਲੀ ਵਾਰੀ ਇੰਟਰੋਡਿਊਸ ਕੀਤੀ ਸੀ। ਜਿਹੜੇ ਸੈਂਟਰ ਤੇ ਸਟੇਟ ਦੇ ਸਬਜੈਕਟਸ ਨੇ, ਪ੍ਰੋਵਿੰਸ਼ੀਅਲ ਤੇ ਸੈਂਟਰਲ ਸਬਜੈਕਟਸ ਨੇ, ਉਹਨਾਂ ਨੂੰ ਸੈਪਰੇਟ ਕਰਤਾ। ਡਾਇਆਰਕੀ ਡੂਅਲ ਗਵਰਨਮੈਂਟ ਦਾ ਜਿਹੜਾ ਕਨਸੈਪਟ ਹੈ ਉਹ ਇਸੇ ਐਕਟ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ। ਡੂਅਲ ਗਵਰਨਮੈਂਟ ਦਾ ਮਤਲਬ ਹੈ ਜਿਹੜੇ ਸਟੇਟ ਸਬਜੈਕਟਸ ਨੇ ਉਹਨਾਂ ਨੂੰ ਦੋ ਤਰੀਕੇ 'ਚ ਵੰਡਤਾ। ਪ੍ਰੋਵਿੰਸਿਸ ਦਾ ਜਿਹੜਾ ਸਬਜੈਕਟ ਹੈ ਉਹਦਾ ਮਤਲਬ ਹੈ ਕੰਮਕਾਜ, ਏਰੀਆਸ ਜਿਹੜੀ ਸਰਕਾਰ ਨੇ ਦੇਖਣੇ ਨੇ। ਦੋ ਤਰ੍ਹਾਂ ਦੇ ਕੰਮ ਨੇ, ਇੱਕ ਹੋਣਗੇ ਰਿਜ਼ਰਵਡ, ਇੱਕ ਹੋਣਗੇ ਟ੍ਰਾਂਸਫਰਡ। ਜਿਹੜੇ ਤਾਂ ਟ੍ਰਾਂਸਫਰਡ ਨੇ ਉਹਨਾਂ ਦੇ ਵਿੱਚ ਨੇ ਐਗਰੀਕਲਚਰ, ਹੈਲਥ, ਐਜੂਕੇਸ਼ਨ, ਸੁਪਰਵਿਜ਼ਨ। ਜਿਵੇਂ ਇਸ ਟਾਈਮ ਆਪਣੇ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਉਹਦੇ ਅੰਦਰ ਲਿਸਟ ਹੈ, ਯੂਨੀਅਨ ਲਿਸਟ, ਸਟੇਟ ਲਿਸਟ, ਕੰਕਰੈਂਟ ਲਿਸਟ। ਉਸੇ ਤਰ੍ਹਾਂ ਉਸ ਸਮੇਂ 1919 ਦੇ ਵਿੱਚ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ, ਸਟੇਟ ਲੈਵਲ ਦੇ ਉੱਤੇ ਸਬਜੈਕਟਸ ਨੂੰ, ਕੰਮਾਂ ਨੂੰ ਦੋ ਭਾਗਾਂ 'ਚ ਵੰਡਿਆ ਗਿਆ, ਰਿਜ਼ਰਵ ਤੇ ਟ੍ਰਾਂਸਫਰ। ਰਿਜ਼ਰਵ ਸੀ ਜਿਹੜੇ ਜ਼ਿਆਦਾ ਇੰਪੋਰਟੈਂਟ ਨੇਚਰ ਦੇ ਸੀਗੇ, ਟ੍ਰਾਂਸਫਰ ਜਿਹੜੇ ਥੋੜੇ ਘੱਟ ਇੰਪੋਰਟੈਂਟ ਸੀਗੇ। ਸੋ ਟ੍ਰਾਂਸਫਰ ਦੇ ਵਿੱਚ ਉਹਨਾਂ ਨੇ ਲਿਆ ਐਗਰੀਕਲਚਰ ਨੂੰ, ਹੈਲਥ ਨੂੰ, ਐਜੂਕੇਸ਼ਨ, ਸੁਪਰਵਿਜ਼ਨ ਆਫ ਲੋਕਲ ਗਵਰਨਮੈਂਟ। ਟ੍ਰਾਂਸਫਰਡ ਲਿਸਟ ਵਾਸ ਗਿਵਨ ਟੂ ਗਵਰਨਮੈਂਟ ਆਫ ਮਿਨਿਸਟਰੀਜ਼, ਜਿਨ੍ਹਾਂ ਦੀ ਪ੍ਰੋਵਿੰਸ਼ੀਅਲ ਕਾਉਂਸਲ ਦੇ ਵਿੱਚ ਜਵਾਬਦੇਹੀ ਹੋਊਗੀ, ਆਨਸਰੇਬਲ ਹੋਣਗੇ। ਜਿਹੜੀ ਰਿਜ਼ਰਵਡ ਲਿਸਟ ਸੀ ਉਹ ਮੇਨ ਡਾਇਰੈਕਟਲੀ ਸਿੱਧਾ ਵਾਇਸਰਾਏ ਨੇ ਆਪਣੇ ਕੰਟਰੋਲ 'ਚ ਰੱਖੀ। ਉਹ ਆਪਣੇ ਤੋਂ ਜਿਹੜੇ ਛੋਟੇ ਲੈਵਲ ਦੇ ਮਿਨਿਸਟਰ ਸੀ ਉਹਨਾਂ ਨੂੰ ਨਹੀਂ ਦੇਣਾ ਚਾਹੁੰਦੇ ਸੀ ਉਹ ਸਬਜੈਕਟਸ ਉੱਤੇ ਕੰਟਰੋਲ। ਸੋ ਇਹਦੇ ਸੀ ਕਮਿਊਨੀਕੇਸ਼ਨ, ਫੋਰਨ ਅਫੇਅਰ, ਡਿਫੈਂਸ। ਨੈਕਸਟ ਜਿਹੜਾ ਵਾਇਸਰਾਏ ਦੀ ਐਗਜ਼ੀਕਿਊਟਿਵ ਕਾਉਂਸਲ ਸੀ, ਆਪਾਂ ਨੂੰ ਪਿੱਛੇ ਪੜਿਆ ਕਿ 1909 ਤੋਂ ਉਹਦੇ ਵਿੱਚ ਇੰਡੀਅਨਸ ਦੀ ਐਂਟਰੀ ਸ਼ੁਰੂ ਹੋ ਗਈ ਸੀ। ਸੋ 6 ਮੈਂਬਰਸ ਦੇ ਵਿੱਚੋਂ 3 ਇੰਡੀਅਨ ਸੀ। ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ ਟੂ ਰਿਮੈਂਬਰ। Act provided for the provision for the establishment of Public Service Commission in India for the first time। Communal representation ਪਹਿਲਾਂ ਸੀ ਸਿਰਫ ਮੁਸਲਿਮਸ ਤੱਕ, ਹੁਣ ਇਸ ਐਕਟ ਨੇ ਉਹਨੂੰ ਐਕਸਟੈਂਡ ਕਰਕੇ ਕ੍ਰਿਸਚੀਅਨ, ਐਂਗਲੋ ਇੰਡੀਅਨ ਤੇ ਸਿੱਖਾਂ ਤੱਕ ਐਕਸਟੈਂਡ ਕਰਤੀ। Montague Chelmsford reform made provision for setting up of statutory commission at the end of 10 years to look into the working of government। ਇਸ ਐਕਟ ਨੇ ਕਿਹਾ ਕਿ ਆਪਾਂ 10 ਸਾਲ ਬਾਅਦ ਹੁਣ ਦੇਖਾਂਗੇ ਇੱਕ ਕਮਿਸ਼ਨ ਤਿਆਰ ਕਰਕੇ ਕਿ ਕੀ ਇਹ ਐਕਟ ਸਹੀ ਕੰਮ ਕਰ ਰਿਹਾ ਜਾਂ ਫਿਰ ਨਹੀਂ ਕਰ ਰਿਹਾ। ਉਸ ਤੋਂ ਬਾਅਦ ਆਉਂਦਾ very important ਲੈਂਡਮਾਰਕ ਲੈਜਿਸਲੇਸ਼ਨ ਆਪਾਂ ਕਹਿ ਸਕਦੇ ਹਾਂ 1935 ਦਾ ਗਵਰਨਮੈਂਟ ਆਫ ਇੰਡੀਆ ਐਕਟ। This was the longest and last constitutional measure introduced by British India। ਬ੍ਰਿਟਿਸ਼ ਸਰਕਾਰ ਦੇ ਦੁਆਰਾ ਤਿਆਰ ਕੀਤਾ ਲਾਸਟ ਤੇ ਲੌਂਗੈਸਟ, ਸਭ ਤੋਂ ਜ਼ਿਆਦਾ ਵੱਡਾ, ਲੈਂਦੀਐਸਟ, ਲੌਂਗੈਸਟ ਕਨਸਟੀਟਿਊਸ਼ਨਲ ਮੈਜਰ ਸੀ, ਸਟੈਪ ਸੀ। ਇਟ ਵਾਸ ਦ ਰਿਜ਼ਲਟ ਆਫ ਮਲਟੀਪਲ ਰਾਊਂਡ ਟੇਬਲ ਕਾਨਫਰੰਸ। ਬਹੁਤ ਸਾਰੀਆਂ ਰਾਊਂਡ ਟੇਬਲ ਕਾਨਫਰੰਸਿਸ ਹੋਈਆਂ, ਸਾਈਮਨ ਕਮਿਸ਼ਨ ਦੀ ਰਿਪੋਰਟ ਆਈ। ਸੋ ਅਲੱਗ-ਅਲੱਗ ਚੀਜ਼ਾਂ ਤੋਂ ਬਾਅਦ, ਕਾਫੀ ਜ਼ਿਆਦਾ ਮੀਟਿੰਗਸ ਕਰਨ ਤੋਂ ਬਾਅਦ ਫਾਈਨਲੀ ਇਹ ਐਕਟ ਸਾਹਮਣੇ ਆਇਆ। ਇਸ ਐਕਟ ਨੇ ਬਾਇਕੈਮਰਲਿਜ਼ਮ ਨੂੰ ਇੰਟਰੋਡਿਊਸ ਕੀਤਾ 6 ਪ੍ਰੋਵਿੰਸਿਸ ਦੇ ਵਿੱਚ 11 ਚੋਂ। ਸੋ ਟੋਟਲ ਉਸ ਸਮੇਂ ਸੀ 11 ਪ੍ਰੋਵਿੰਸਿਸ। ਇਹ ਵੀ ਤੁਸੀਂ ਯਾਦ ਰੱਖਣਾ ਹੈ। 6 ਜਗ੍ਹਾ ਦੇ ਉੱਤੇ ਬਾਇਕੈਮਰਲਿਜ਼ਮ, ਡੂਅਲ ਸਰਕਾਰ, ਬੰਗਾਲ, ਬੰਬੇ, ਮਦਰਾਸ, ਅਸਮ, ਬਿਹਾਰ ਤੇ ਯੂਨਾਈਟਿਡ ਪ੍ਰੋਵਿੰਸ। ਸਿੰਪਲ ਵਰਡਸ ਦੇ ਵਿੱਚ ਬਾਇਕੈਮਰਲਿਜ਼ਮ ਦਾ ਮਤਲਬ ਹੈ ਦੋ ਸਦਨਵਾਦ, ਦੋ ਤਰ੍ਹਾਂ ਦੇ ਜਿਹੜੇ ਹਾਊਸਿਸ ਹੁੰਦੇ ਨੇ ਉਹ। ਸੋ ਲੈਜਿਸਲੇਚਰ in the provinces were enlarged as per the act। ਜਿਹੜੀਆਂ ਪਾਵਰ ਸੀਗੀਆਂ ਸਰਕਾਰ ਦੀਆਂ, ਜਿਵੇਂ ਮੈਂ ਤੁਹਾਨੂੰ ਦੱਸਿਆ ਇਸ ਸਮੇਂ ਆਪਣੇ ਕੋਲ ਕੀ ਹੈ, ਇੱਕ ਯੂਨੀਅਨ ਲਿਸਟ ਹੈ, ਸਟੇਟ ਹੈ, ਇੱਕ ਕੰਕਰੈਂਟ ਹੈ। ਉਸੇ ਤਰ੍ਹਾਂ ਇਸ ਐਕਟ ਨੇ ਵੀ 3 ਲਿਸਟ ਵਿੱਚ ਸਰਕਾਰ ਦੇ ਕੰਮਾਂ ਨੂੰ ਵੰਡਤਾ, ਪਾਵਰ ਨੂੰ ਵੰਡਤਾ।
ਇੱਕ ਹੈ ਫੈਡਰਲਿਸਟ ਜਿਹਦੇ ਵਿੱਚ ਸਿਰਫ ਉਸ ਸਮੇਂ ਦੀ ਫੈਡਰਲ ਗਵਰਨਮੈਂਟ ਜਿਹੜੀ ਸੈਂਟਰ ਤੇ ਸੀ ਵਾਇਸਰॉय ਸੀ ਸਿਰਫ ਉਹ ਰੂਲ ਬਣਾਉਣਗੇ। ਦੂਜੀ ਸੀ ਪ੍ਰੋਵਿੰਸ਼ੀਅਲ ਜਿਹਦੇ ਵਿੱਚ ਪ੍ਰੋਵਿੰਸਿਸ ਦੇ ਜਿਹੜੇ ਹੈਡ ਨੇ ਉਹ ਰੂਲ ਬਣਾ ਸਕਦੇ ਨੇ। ਤੀਜੀ ਹੈ ਕਨਕਰੈਂਟ ਜਿਹਦੇ ਵਿੱਚ ਦੋਨਾਂ ਦਾ equal right ਸੀ। Then provincial autonomy was introduced in the provinces by abolishing the diarchy। provinces ਤੇ dual system ਸੀ ਜਿਹੜਾ transferred ਤੇ reserved subjects ਵਾਲਾ ਉਹ ਖਤਮ ਕਰਤਾ ਸੀ ਇਸ ਐਕਟ ਨੇ। ਤੇ diarchy ਨੂੰ provinces ਤੋਂ ਖਤਮ ਕਰਕੇ ਇਹ important point ਯਾਦ ਰੱਖੋ provinces ਤੋਂ ਖਤਮ ਕਰਕੇ ਉਰੋਂ ਚੱਕ ਕੇ center ਤੇ ਲਿਆਂਦਾ। ਸੋ ਹੁਣ ਜਿਹੜਾ dual system ਸੀਗਾ ਉਹ center ਵਿੱਚ ਪਾਤਾ ਸੀ 1935 ਵਾਲੇ ਐਕਟ ਨੇ। ਨੈਕਸਟ ਇਜ਼ ਵੈਰੀ ਇੰਪੋਰਟੈਂਟ ਜਿਹੜਾ ਇਹ ਐਕਟ ਹੈ ਇਹਦੇ ਅੰਤਰਗਤ ਹੀ ਫੈਡਰਲ ਕੋਡ ਤਿਆਰ ਕੀਤੀ ਗਈ ਨਾਲ ਆਇਆ ਰਿਜ਼ਰਵ ਬੈਂਕ ਆਫ ਇੰਡੀਆ 1934 ਵੈਰੀ ਇੰਪੋਰਟੈਂਟ ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਭਾਰਤ ਦਾ ਸੈਂਟਰਲ ਬੈਂਕ ਹੈ ਏਪੈਕਸ ਬੈਂਕ ਹੈ। ਸੋ ਇਹ ਬ੍ਰਿਟਿਸ਼ ਸਰਕਾਰ ਦੇ ਸਮੇਂ ਤੋਂ ਹੀ ਹੈ। There was provision for establishment of All India Federation consisting of provinces and the princely states as unit. Due to length of Government of India Act, it was divided into two separate acts. So ਉਸ ਤੋਂ ਬਾਅਦ on the last ਤੇ ਸਭ ਤੋਂ important Indian Independence Act. Lord Mountbatten ਨੂੰ ਇੱਕ ਕੰਮ ਸੌਂਪਿਆ ਗਿਆ ਬ੍ਰਿਟਿਸ਼ ਸਰਕਾਰ ਦੇ ਦੁਆਰਾ ਕਿ ਭਾਰਤ ਦਾ ਜਿਹੜਾ ਬੰਟਵਾਰਾ ਕਰਵਾਉਣਾ ਪਾਰਟੀਸ਼ਨ ਕਰਾਉਣਾ ਉਹਨੂੰ ਇੱਕ ਵੈਲ ਪਲਾਨਡ ਜਿੰਨਾ ਜ਼ਿਆਦਾ ਹੋ ਸਕੇ ਪੀਸਫੁਲ ਤਰੀਕੇ ਨਾਲ ਤੁਸੀਂ ਕਰਵਾਉਣਾ। So Lord Mountbatten ਇੰਡੀਆ ਦੀ ਪਾਰਟੀਸ਼ਨ ਦੇ ਲਈ ਭਾਰਤ ਆਏ। So the British government accorded formal approval to the Mountbatten plan by enacting the Indian Independence Act। ਕਦੋਂ ਤਿਆਰ ਕੀਤਾ ਗਿਆ 18 ਜੁਲਾਈ 1947 ਨੂੰ। ਸੋ ਬ੍ਰਿਟਿਸ਼ ਸਰਕਾਰ ਨੇ ਪ੍ਰੋਪਰ ਫਾਰਮਲ ਅਪਰੂਵਲ ਦੇਤੀ ਸੀ ਮਾਊਂਟਬੈਟਨ ਨੇ ਜੋ ਪਲਾਨ ਤਿਆਰ ਕੀਤਾ ਸੀ ਭਾਰਤ ਨੂੰ ਆਜ਼ਾਦ ਕਰਵਾਉਣ ਦਾ। ਸੋ ਉਹਦੇ ਲਈ ਡੇਟ ਤੁਸੀਂ ਯਾਦ ਰੱਖਣੀ ਹੈ 18 ਜੁਲਾਈ 1947 ਜਿਸ ਦਿਨ ਅਪਰੂਵਲ ਮਿਲੀ ਸੀ ਇੰਡੀਅਨ ਇੰਡੀਪੈਂਡੈਂਸ ਐਕਟ ਨੂੰ। ਸੋ ਇਸ ਐਕਟ ਦੇ ਅੰਦਰ ਜਿਹੜੀ ਬ੍ਰਿਟਿਸ਼ ਇੰਡੀਆ ਸੀ ਜਿਹਨੂੰ ਬ੍ਰਿਟਿਸ਼ ਸਰਕਾਰ ਗਵਰਨ ਕਰ ਰਹੀ ਸੀ ਉਹਦਾ ਹੁਣ ਬੰਟਵਾਰਾ ਹੋ ਚੁੱਕਿਆ ਸੀ 15 ਅਗਸਤ 1947 ਤੋਂ। ਬ੍ਰਿਟਿਸ਼ ਇੰਡੀਆ ਦੋ ਪਾਰਟਸ ਵਿੱਚ ਡਿਵਾਈਡ ਹੋ ਗਿਆ ਇੱਕ ਬਣ ਗਿਆ ਇੰਡੀਆ ਦੂਜਾ ਬਣ ਗਿਆ ਪਾਕਿਸਤਾਨ। ਸੋ ਦੋ ਅਲੱਗ ਤੋਂ ਡੋਮੀਨੀਅਨ ਸਟੇਟਸ ਵਾਲੇ ਕੰਟਰੀਜ਼ ਤਿਆਰ ਹੋ ਗਈਆਂ ਇੰਡੀਆ ਤੇ ਪਾਕਿਸਤਾਨ। ਨਾਲ ਹੀ ਕੋਈ ਲਾਅ ਬਣਾਉਣੇ ਨੇ ਗਵਰਨ ਕਿਵੇਂ ਕਰਨਾ ਕੰਟਰੋਲ ਰੂਲਸ ਹਰ ਤਰ੍ਹਾਂ ਦੀ ਲੈਜਿਸਲੇਟਿਵ ਅਥਾਰਟੀ ਸੌਂਪਤੀ ਕੰਸਟੀਟਿਊਐਂਟ ਅਸੈਂਬਲੀ ਨੂੰ ਜਿਹੜੀ 1946 ਤਿਆਰ ਹੋਈ ਸੀ। established governments in both provinces and state। ਸੋ ਉਸ ਤੋਂ ਬਾਅਦ ਕਨਸਟੀਟਿਊਸ਼ਨ ਸੀ ਜਿਹੜਾ ਇੰਡੀਅਨ ਇੰਡੀਪੈਂਡੈਂਸ ਦਾ ਉਹਦੇ ਕੁਝ ਇੰਪੋਰਟੈਂਟ ਟਾਈਮਲਾਈਨਸ ਨੇ ਜੋ ਆਪਾਂ ਨੇ ਯਾਦ ਰੱਖਣੀਆਂ ਨੇ ਐਗਜ਼ਾਮ ਦੇ ਲਈ। ਸਭ ਤੋਂ ਪਹਿਲੀ ਚੀਜ਼ ਹੈ ਜਿਹੜਾ ਭਾਰਤ ਦਾ ਸੰਵਿਧਾਨ ਹੈ ਹੁਣ ਭਾਰਤ ਆਜ਼ਾਦ ਹੋ ਗਿਆ ਸੀ ਜੋ ਉਸ ਟਾਈਮ ਦੇ ਰੂਲਰ ਸੀ ਉਹਨਾਂ ਦੇ ਕੋਲ ਪੂਰੀ ਦੀ ਪੂਰੀ ਅਥਾਰਟੀ ਸੀ ਕਿ ਉਹ ਇੰਡੀਆ ਦੇ ਲਈ ਇੱਕ ਸਹੀ ਕਨਸਟੀਟਿਊਸ਼ਨ ਤਿਆਰ ਕਰਨ। ਸੋ ਉਹਨਾਂ ਨੇ ਇਸ ਜ਼ਿੰਮੇਵਾਰੀ ਨੂੰ ਪ੍ਰੋਪਰ ਲਿਆ। ਸੋ Constitution of India was drawn up by the Constituent Assembly। Constituent Assembly took almost 3 years। So 2 ਸਾਲ ਤੋਂ ਜ਼ਿਆਦਾ ਦਾ ਸਮਾਂ ਸੀ approximately almost 3 years to complete the task of drafting the Constitution of Independent India। Constituent Assembly ਸੀ ਜਿਹੜੀ ਜਿਹਨੇ Constitution ਨੂੰ ਤਿਆਰ ਕਰਨ ਦਾ ਸਾਰਾ ਕੰਮ ਸੰਭਾਲਿਆ ਪਹਿਲੀ ਵਾਰੀ 9 ਦਸੰਬਰ 1946 ਨੂੰ ਮਿਲੀ ਸੀ। 14 ਅਗਸਤ 1947 ਨੂੰ ਇੱਕ ਪ੍ਰਪੋਜ਼ਲ ਇਹਨੇ ਰੱਖਿਆ ਸੀ ਕਮੇਟੀ ਤਿਆਰ ਕਰਨ ਦਾ। ਸੋ ਜਿਹਦੇ ਵਿੱਚ ਇੱਕ ਸੀ ਡਰਾਫਟਿੰਗ ਕਮੇਟੀ ਜਿਹਨੇ ਮੇਨ ਸਾਰਾ ਕਨਸਟੀਟਿਊਸ਼ਨ ਲਿਖਿਆ। ਸੋ 29 ਅਗਸਤ 1947 ਨੂੰ ਡਰਾਫਟਿੰਗ ਕਮੇਟੀ ਇਸਟੈਬਲਿਸ਼ ਕੀਤੀ ਗਈ ਤੇ ਇਹਦੇ ਇੰਪੋਰਟੈਂਟ ਮੈਂਬਰਸ ਕਿਹੜੇ ਨੇ ਉਹ ਆਪਾਂ ਅੱਗੇ ਪੜਾਂਗੇ। And the Constituent Assembly starts the process of writing the Constitution. Dr. Rajendra Prasad, as the President, prepared the draft of new Constitution of Independent India in February 1948. So उस time अपने देश के राष्ट्रपति कौन सी? Dr. Rajendra Prasad. संविधान अडॉप्ट किया 26 नवंबर 1949 ਨੂੰ ਤੇ ਇਹ ਇਫੈਕਟ ਦੇ ਵਿੱਚ ਆਇਆ ਸਟਾਰਟ ਹੋ ਗਿਆ 26 ਜਨਵਰੀ 1950। ਇੰਡੀਆ ਨੂੰ ਇਹਨੇ ਇੱਕ ਰਿਪਬਲਿਕ ਦੇਸ਼ ਦੇ ਤੌਰ ਤੇ ਖੜਾ ਕਰਤਾ। On that day assembly ceased to exist। ਇਸ ਦਿਨ ਤੋਂ ਅਸੈਂਬਲੀ ਦਾ ਕੰਮ ਖਤਮ ਹੋ ਗਿਆ ਸੀ। Transferring itself into provisional parliament of India until a new parliament was constitution 1952। ਸੋ ਜਿਹੜੀ ਇਹ constituent assembly ਸੀ ਜਿਹਨੇ ਭਾਰਤ ਦਾ ਸੰਵਿਧਾਨ ਲਿਖਿਆ ਇਹੀ ਟੈਂਪਰੇਰੀ ਤੌਰ ਤੇ 1952 ਦੇ ਵਿੱਚ ਆਜ਼ਾਦੀ ਤੋਂ ਬਾਅਦ ਪ੍ਰੋਪਰ ਇਲੈਕਸ਼ਨਸ ਹੋਈਆਂ ਸੀ ਫਿਰ ਅਸਲੀ ਸਰਕਾਰ ਆਈ ਸੀ। ਉਸ ਤੋਂ ਪਹਿਲਾਂ
ਜਿਨ੍ਹਾਂ ਨੇ ਸਾਰਾ ਕੰਮ ਸੰਭਾਲਿਆ ਸੀ ਸੰਵਿਧਾਨ ਲਿਖਣ ਦਾ, ਤਿਆਰ ਕਰਨ ਦਾ, ਉਹੀ ਟੈਂਪਰੇਰੀ ਪ੍ਰੋਵੀਜ਼ਨਲ ਤੌਰ ਤੇ ਸਰਕਾਰ ਦੇ ਤੌਰ ਤੇ ਦੇਸ਼ ਨੂੰ ਸੰਭਾਲ ਰਹੇ ਸੀ। ਦ ਪ੍ਰੋਵੀਜ਼ਨਲ ਪਾਰਲੀਮੈਂਟ ਆਫ ਇੰਡੀਆ। ਭਾਰਤ ਦਾ ਸੰਵਿਧਾਨ ਲਿਖਤੀ ਰੂਪ ਵਿੱਚ ਸਭ ਤੋਂ ਲੰਬਾ ਹੈ ਪੂਰੀ ਦੁਨੀਆ ਦਾ। ਉਸ ਸਮੇਂ ਜਦੋਂ ਇਹ ਤਿਆਰ ਕੀਤਾ ਗਿਆ 395 ਆਰਟੀਕਲ ਸੀ, 12 ਸ਼ੈਡਿਊਲ ਸੀ। ਸੋ ਕੁਝ ਇੰਪੋਰਟੈਂਟ ਮੇਜਰ ਕਮੇਟੀਜ਼ ਨੇ ਜੋ ਆਪਾਂ ਨੇ ਇਸੇ ਕਨਸਟੀਟਿਊਸ਼ਨ ਦੇ ਨਾਲ ਰਿਲੇਟਿਡ ਤਿਆਰ ਕਰਨੀਆਂ ਨੇ। ਜਦੋਂ ਭਾਰਤ ਦਾ ਸੰਵਿਧਾਨ ਤਿਆਰ ਹੋਇਆ ਤਾਂ ਸੰਵਿਧਾਨ ਨੂੰ ਤਿਆਰ ਕਰਨ ਦੇ ਲਈ ਕੁਝ ਮੈਂਬਰਸ ਇਕੱਠੇ ਹੋਏ ਤੇ ਉਹਨਾਂ ਨੇ ਫਿਰ ਕਨਸਟੀਟਿਊਸ਼ਨ ਨੂੰ ਤਿਆਰ ਕੀਤਾ, ਡਰਾਫਟ ਕੀਤਾ। ਸਭ ਤੋਂ ਇੰਪੋਰਟੈਂਟ ਐਗਜ਼ਾਮ ਦੇ ਲਈ ਡਰਾਫਟਿੰਗ ਕਮੇਟੀ ਦੇ ਮੈਂਬਰਸ ਨੂੰ ਯਾਦ ਰੱਖਣਾ। ਇਹਦੇ ਚੇਅਰਮੈਨ ਕੌਣ ਸੀ, ਕਿਹੜੇ ਮੈਂਬਰ ਸਭ ਤੋਂ ਪਹਿਲਾਂ ਸੀ, ਬਾਅਦ ਵਿੱਚੋਂ ਕੁਝ ਮੈਂਬਰ ਇਹੋ ਜਿਹੇ ਸੀ ਜਿਨ੍ਹਾਂ ਨੂੰ ਵਿਚਕਾਰ ਹੀ, ਕਿਉਂਕਿ ਇਹਦਾ ਸਮਾਂ ਬਹੁਤ ਜ਼ਿਆਦਾ ਸੀਗਾ, 2 ਸਾਲ ਦੇ ਕਰੀਬ ਜਿਹੜਾ ਸਮਾਂ ਲੱਗਿਆ ਪੂਰੇ ਕਨਸਟੀਟਿਊਸ਼ਨ ਨੂੰ ਤਿਆਰ ਕਰਨ ਦਾ। ਸੋ ਉਹਦੇ ਵਿੱਚ ਜਿਵੇਂ ਇੱਕ ਮੈਂਬਰ ਦੀ ਡੈਥ ਹੋ ਗਈ, ਇੱਕ ਨੂੰ ਕੋਈ ਹੈਲਥ ਪ੍ਰੋਬਲਮ ਆ ਗਈ, ਫਿਰ ਉੱਥੇ ਸਬਸਟੀਟਿਊਟ ਕੀਤਾ ਗਿਆ, ਨਵੇਂ ਮੈਂਬਰ ਨਿਯੁਕਤ ਕੀਤੇ ਗਏ। ਸੋ ਇਹ ਸਾਰੀਆਂ ਚੀਜ਼ਾਂ ਐਗਜ਼ਾਮ ਦੇ ਲਈ ਆਪਾਂ ਨੇ ਯਾਦ ਰੱਖਣੀਆਂ ਨੇ। ਨਾਲ ਹੀ ਕਿਹੜੀਆਂ-ਕਿਹੜੀਆਂ ਕਮੇਟੀਜ਼ ਨੇ ਪ੍ਰੋਸੀਜਰਲ ਅਫੇਅਰ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਹੋਰ ਚੀਜ਼ਾਂ ਦੇ ਲਈ ਕੁਝ ਕਮੇਟੀਜ਼ ਤਿਆਰ ਕੀਤੀਆਂ ਗਈਆਂ ਸੀ, ਉਹਨਾਂ ਦੇ ਨਾਮ ਕੀ ਨੇ। ਸੋ ਇਹ ਦੋ ਚੀਜ਼ਾਂ ਆਪਾਂ ਨੇ ਇੰਡੀਅਨ ਕਨਸਟੀਟਿਊਟ ਅਸੈਂਬਲੀ ਦੀਆਂ ਕਮੇਟੀਜ਼ ਦੇ ਨਾਲ ਰਿਲੇਟਡ ਐਗਜ਼ਾਮ ਦੇ ਲਈ ਯਾਦ ਰੱਖਣੀਆਂ ਨੇ। ਸੋ ਹੁਣ ਆਪਾਂ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਹੈ ਡਰਾਫਟਿੰਗ ਕਮੇਟੀ ਮੈਂਬਰ। ਚੇਅਰਮੈਨ ਸੀ ਡਾਕਟਰ BR ਅੰਬੇਦਕਰ, ਵੈਰੀ ਇੰਪੋਰਟੈਂਟ ਨੇ। ਉਸ ਤੋਂ ਬਾਅਦ ਹੈ ਮੈਂਬਰਸ। ਸੋ ਟੋਟਲ BR ਅੰਬੇਦਕਰ ਤੋਂ ਇਲਾਵਾ 6 ਮੈਂਬਰ ਸੀ। ਸੋ ਟੋਟਲ ਸੀ 7 ਤੇ 1 + 6, ਇੱਕ ਸੀ ਚੇਅਰਮੈਨ ਡਾਕਟਰ BR ਅੰਬੇਦਕਰ। N ਗੋਪਾਲ ਸਵਾਮੀ ਅਯੰਗਰ, ਮੁਹੰਮਦ ਸਦੁੱਲਾ, ਅਲਾਦੀ ਕ੍ਰਿਸ਼ਨ ਸਵਾਮੀ ਅਯਰ, KM ਮੁੰਸ਼ੀ, BL ਮਿੱਤਰ। BL ਮਿੱਤਰ ਨੂੰ ਕੋਈ ਹੈਲਥ ਪ੍ਰੋਬਲਮ ਆ ਗਈ ਸੀ, ਸੋ ਉਹਨਾਂ ਨੂੰ ਸਬਸਟੀਟਿਊਟ ਕੀਤਾ ਸੀ N ਮਾਧਵ ਰਾਓ ਨੇ। ਡਾਕਟਰ DP ਖੇਤਾਨ, ਇਹਨਾਂ ਦੀ ਡੈਥ ਹੋ ਗਈ ਸੀ 1948 ਵਿੱਚ ਤੇ ਇਹਨਾਂ ਦੀ ਜਗ੍ਹਾ ਤੇ ਆਏ TT ਕ੍ਰਿਸ਼ਨਮਚਾਰੀ। ਐਗਜ਼ਾਮ ਦੇ ਲਈ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਬਾਰ-ਬਾਰ ਰਿਪੀਟ ਹੁੰਦਾ ਹੈ ਕਿ ਮੁਸਲਿਮ ਮੈਂਬਰ ਕੌਣ ਸੀ ਇੰਡੀਅਨ ਕਨਸਟੀਟਿਊਟ ਅਸੈਂਬਲੀ ਦਾ, ਜਿਹੜਾ ਡਰਾਫਟਿੰਗ ਕਮੇਟੀ ਸੀ ਉਹਦੇ ਮੁਸਲਿਮ ਮੈਂਬਰ। ਸੋ ਤੁਸੀਂ ਨਾਮ ਯਾਦ ਰੱਖਣਾ ਹੈ ਮੁਹੰਮਦ ਸਦੁੱਲਾ। ਦੈਨ ਆਪਾਂ ਨਾਮ ਦੇਖ ਲੈਂਦੇ ਹਾਂ ਹੋਰ ਜਿਹੜੀਆਂ ਪ੍ਰੋਸੀਜਰਲ ਅਫੇਅਰ ਕਮੇਟੀ ਸੀਗੀਆਂ। ਇੱਕ ਸੀ ਸਟੀਅਰਿੰਗ ਕਮੇਟੀ, ਦੈਨ ਰੂਲਸ ਆਫ ਪ੍ਰੋਸੀਜਰ, ਕਮੇਟੀ ਔਨ ਦ ਇਫੈਕਟ ਆਫ ਇੰਡੀਅਨ ਇੰਡੀਪੈਂਡੈਂਸ ਐਕਟ, ਆਰਡਰ ਆਫ ਬਿਜ਼ਨਸ ਕਮੇਟੀ, credential committee, house, Hindi translation, Urdu translation, finance and staff, the last which press gallery committee. So now we are done with important historical background topic for our constitution. ਹੁਣ ਆਪਾਂ ਦੇਖਾਂਗੇ ਕੁਝ ਇੰਟਰਸਟਿੰਗ ਫੈਕਟ ਜਿਨ੍ਹਾਂ ਦੇ ਵਿੱਚੋਂ ਬਹੁਤ ਵਾਰੀ ਪੇਪਰ ਦੇ ਵਿੱਚ MCQ ਬਣ ਕੇ ਆਏ ਨੇ। ਸੋ ਫਰਸਟ ਇੰਟਰਸਟਿੰਗ ਫੈਕਟ ਹੈ ਰਿਲੇਟਡ ਟੂ ਇੰਡੀਅਨ ਕਨਸਟੀਟਿਊਸ਼ਨ, ਸ਼ਾਂਤੀ ਨਿਕੇਤਨ ਲਿੰਕ। ਭਾਰਤ ਦੇ ਸੰਵਿਧਾਨ ਦਾ ਸ਼ਾਂਤੀ ਨਿਕੇਤਨ ਦੇ ਨਾਲ ਕੀ ਲਿੰਕ ਹੈ? ਸ਼ਾਂਤੀ ਨਿਕੇਤਨ ਵੈਸਟ ਬੰਗਾਲ ਵਿੱਚ ਹੈ। ਇੱਕ ਬਹੁਤ ਹੀ ਜ਼ਿਆਦਾ ਰਿਨਾਊਂਡ ਪੋਇਟ ਫਿਲਾਸਫਰ ਰਹੇ ਨੇ ਰਵਿੰਦਰਨਾਥ ਟੈਗੋਰ। ਇਹਨਾਂ ਨੇ अर्ਲੀ 20th ਸੈਂਚੁਰੀ ਦੇ ਵਿੱਚ ਇਸ ਸ਼ਾਂਤੀ ਨਿਕੇਤਨ ਐਜੂਕੇਸ਼ਨਲ ਇੰਸਟੀਟਿਊਸ਼ਨ ਦੀ ਸਥਾਪਨਾ ਕੀਤੀ ਸੀ। ਸੋ ਸ਼ਾਂਤੀ ਨਿਕੇਤਨ ਦੇ 2 ਆਰਟਿਸਟ ਨੇ ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਨੂੰ, ਜਿਹੜਾ ਸੰਵਿਧਾਨ ਹੱਥੀਂ ਲਿਖਿਆ ਸੀ, ਹੈਂਡ ਰਿਟਨ ਡਾਕੂਮੈਂਟ ਦੇ ਹਰ ਇੱਕ ਪੇਜ ਨੂੰ ਡੈਕੋਰੇਟ ਕੀਤਾ ਸੀ ਬਿਊਟੀਫੁਲੀ। ਸੋ ਉਹ 2 ਨਾਮ ਨੇ ਆਰਟਿਸਟ ਦੇ, ਬਿਓਹਰ ਰਾਮ ਮਨੋਹਰ ਸਿਨਹਾ ਤੇ ਨੰਦ ਲਾਲ ਬੋਸ। ਦੋਨੋਂ ਸ਼ਾਂਤੀ ਨਿਕੇਤਨ ਵੈਸਟ ਬੰਗਾਲ ਦੇ ਆਰਟਿਸਟ ਨੇ ਤੇ ਇਹ ਕੁਐਸਚਨ ਡਾਇਰੈਕਟਲੀ ਐਗਜ਼ਾਮ ਵਿੱਚ ਬਹੁਤ ਵਾਰੀ ਪੁੱਛਿਆ ਹੈ। ਸੋ ਯੂ ਮਸਟ ਰਿਮੈਂਬਰ ਥੀਸ ਨੇਮਸ ਤੇ ਨਾਲ ਇਹਨਾਂ ਦਾ ਸ਼ਾਂਤੀ ਨਿਕੇਤਨ ਦੇ ਨਾਲ ਕੀ ਲਿੰਕ ਹੈ। ਸੋ ਹੁਣ ਇੱਕ ਵਾਰ ਆਪਾਂ ਪੜ੍ਹ ਲੈਂਦੇ ਹਾਂ। Each page of handwritten document was decorated by artists like Biohar Ram Manohar Sinha, Nandlal Bose from Shantiniketan, West Bengal. The trailblazing educational institution was developed by poet philosopher Rabindranath Tagore in the early 20th century. Next important fact है longest ever। ਜਿਹੜਾ ਭਾਰਤ ਦਾ ਸੰਵਿਧਾਨ ਹੈ ਦੁਨੀਆ ਦਾ ਸਭ ਤੋਂ ਲੌਂਗੈਸਟ ਕਨਸਟੀਟਿਊਸ਼ਨ ਹੈ। ਇਹਦੇ ਅੰਦਰ ਟੋਟਲ 1.46 ਲੱਖ ਵਰਡਸ ਨੇ, ਇੰਨੇ ਅੱਖਰ ਨੇ, ਇੰਨੇ ਵਰਡਸ ਨੇ। ਸੋ ਇਹ ਤੁਸੀਂ ਯਾਦ ਰੱਖਣਾ ਹੈ, ਟੋਟਲ ਵਰਡਸ ਨੇ 1.46 ਲੱਖ ਤੇ ਟੋਟਲ ਇਹਨੂੰ ਲਿਖਣ ਦੇ ਲਈ, ਤਿਆਰ ਕਰਨ ਦੇ ਲਈ ਟਾਈਮ ਲੱਗਿਆ ਸੀ 2 ਸਾਲ 11 ਮਹੀਨੇ ਤੇ 18 ਦਿਨ। ਨੈਕਸਟ ਹੈ ਵੋਟਿੰਗ ਰਾਈਟ। ਜਦੋਂ ਤੋਂ ਭਾਰਤ ਦਾ ਸੰਵਿਧਾਨ ਲਾਗੂ ਹੋ ਗਿਆ, ਐਨਫੋਰਸ ਹੋ ਗਿਆ, ਉਦੋਂ ਤੋਂ ਬਾਅਦ ਹੀ ਭਾਰਤ ਦੇ ਅੰਦਰ ਔਰਤਾਂ ਨੂੰ ਵੋਟਿੰਗ ਰਾਈਟ ਮਿਲਿਆ, ਉਸ ਤੋਂ ਪਹਿਲਾਂ ਨਹੀਂ ਸੀ। It was only after the enforcement of Indian Constitution that our country's women got the right to vote. So ਇਹ ਵੀ ਤੁਹਾਨੂੰ ਕੁਐਸਚਨ ਆ ਸਕਦਾ ਕਿ ਇੰਡੀਆ ਦੇ ਅੰਦਰ women ਨੂੰ ਵੋਟਿੰਗ ਰਾਈਟ ਕਦੋਂ ਤੋਂ ਮਿਲਿਆ।
ਨੈਕਸਟ ਹੈ ओरिजिनल ਕਾਪੀਜ਼। ਕੀ ਕੋਈ ओरिजिनल ਕਾਪੀਜ਼ ਵੀ ਨੇ ਸੰਵਿਧਾਨ ਦੀਆਂ? ਯੈਸ ਬਿਲਕੁਲ ਨੇ। 3 ओरिजिनल ਕਾਪੀਜ਼ ਨੇ ਜਿਹੜੀਆਂ ਸੇਫਲੀ ਰੱਖੀਆਂ ਹੋਈਆਂ ਨੇ ਪਾਰਲੀਮੈਂਟ ਦੀ ਲਾਇਬ੍ਰੇਰੀ ਦੇ ਅੰਦਰ। ਸੋ ਬਲੈਕ ਲੈਦਰ ਦੇ ਵਿੱਚ ਇਹਨਾਂ ਨੂੰ ਬਾਉਂਡ ਕਰਕੇ ਪੇਜਾਂ ਨੂੰ ਇਕੱਠੇ ਕਰਕੇ ਜੋੜ ਕੇ ਰੱਖਿਆ ਹੋਇਆ ਹੈ, ਨਾਲ ਬਲੈਕ ਲੈਦਰ ਦੇ ਉੱਤੇ 골ਡ ਪੈਟਰਨ ਬਣੇ ਹੋਏ ਨੇ। ਉਸ ਤੋਂ ਬਾਅਦ ਹੈ ਕੌਣ ਨਾ ਖੁਸ਼ ਸੀ ਸੰਵਿਧਾਨ ਤੋਂ? ਆਪਾਂ ਨੂੰ ਪਤਾ ਹੈ ਕਿ ਇੰਡੀਅਨ ਕਨਸਟੀਟਿਊਸ਼ਨ ਨੂੰ ਲਿਖਣ ਦੇ ਲਈ, ਤਿਆਰ ਕਰਨ ਦੇ ਲਈ ਸਭ ਤੋਂ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ, ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਕਿਹਾ ਜਾਂਦਾ ਹੈ ਡਾਕਟਰ BR ਅੰਬੇਦਕਰ ਨੂੰ, ਤੇ ਉਹੀ ਸਭ ਤੋਂ ਜ਼ਿਆਦਾ ਨਾ ਖੁਸ਼ ਸੀ, ਅਨਹੈਪੀ ਸੀ ਇਸ ਡਾਕੂਮੈਂਟ ਦੇ ਨਾਲ। ਇੰਡੀਆ ਦਾ ਜਦੋਂ ਕਨਸਟੀਟਿਊਸ਼ਨ ਤਿਆਰ ਹੋ ਗਿਆ, ਲਾਗੂ ਹੋ ਗਿਆ, ਲਾਗੂ ਹੋਣ ਤੋਂ ਜਸਟ 3 ਸਾਲ ਬਾਅਦ ਡਾਕਟਰ ਅੰਬੇਦਕਰ ਨੇ ਆਪਣੀ ਨਾਰਾਜ਼ਗੀ ਜਤਾਈ। ਇਹ ਕਿਸ ਪੁਆਇੰਟ ਤੋਂ ਲੈ ਕੇ ਅਨਹੈਪੀ ਸੀ? ਸੋ ਇਹ ਨਾ ਖੁਸ਼ ਸੀ ਕਿ ਜਿਹੜੇ ਗਵਰਨਰ ਨੇ ਉਹਨਾਂ ਦੀ ਪਾਵਰ ਬਹੁਤ ਘੱਟ ਦਿੱਤੀ ਹੋਈ ਹੈ ਭਾਰਤ ਦੇ ਸੰਵਿਧਾਨ ਦੇ ਅੰਦਰ। ਸੋ ਇਹਨਾਂ ਨੇ ਇੱਕ ਵਾਰੀ ਕਿਹਾ ਰਾਜ ਸਭਾ ਦੇ ਅੰਦਰ 1953 ਵਿੱਚ ਕਿ ਮੇਰੇ ਦੋਸਤ ਮੈਨੂੰ ਕਹਿੰਦੇ ਨੇ ਕਿ ਤੂੰ ਕਨਸਟੀਟਿਊਸ਼ਨ ਲਿਖਿਆ, ਸੰਵਿਧਾਨ ਲਿਖਿਆ, ਪਰ ਜੇ ਮੈਨੂੰ ਕੋਈ ਕਹੇ ਕਿ ਸੰਵਿਧਾਨ ਨੂੰ ਫਾੜਨਾ ਹੈ, ਜਲਾਉਣਾ ਹੈ, ਤਾਂ ਸਭ ਤੋਂ ਪਹਿਲਾ ਪਰਸਨ ਮੈਂ ਹੋਊਂਗਾ ਜਿਹੜਾ ਸੰਵਿਧਾਨ ਨੂੰ ਜਲਾਉਣ ਦੇ ਲਈ ਤਿਆਰ ਹੋਊਂਗਾ। ਮੈਂ ਉਹਨੂੰ ਨਹੀਂ ਚਾਹੁੰਦਾ, I do not want it, it does not suit anybody। ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ BR ਅੰਬੇਦਕਰ ਅਨਹੈਪੀ ਸੀ ਇੰਡੀਅਨ ਕਨਸਟੀਟਿਊਸ਼ਨ ਤੋਂ। ਫਿਰ ਇਹ ਕਿਹੜੀ ਚੀਜ਼ ਨੂੰ, ਕਿਹੜਾ ਇੰਪੋਰਟੈਂਟ ਆਰਟੀਕਲ ਹੈ ਜਿਹਨੂੰ ਹਾਰਟ ਐਂਡ ਸੋਲ ਕਿਹਾ ਜਾਂਦਾ ਹੈ ਕਿ ਸਭ ਤੋਂ ਜ਼ਰੂਰੀ ਚੀਜ਼ ਹੈ ਭਾਰਤ ਦੇ ਸੰਵਿਧਾਨ ਦੀ? ਸੋ ਉਹ ਹੈ ਆਰਟੀਕਲ 32 ਜਿਹੜਾ ਕਨਸਟੀਟਿਊਸ਼ਨਲ ਰੈਮੇਡੀਜ਼ ਦੀ ਗੱਲ ਕਰਦਾ ਹੈ। ਜੋ ਵੀ ਫੰਡਾਮੈਂਟਲ ਰਾਈਟ, ਮੌਲਿਕ ਅਧਿਕਾਰ ਦਿੱਤੇ ਨੇ ਆਪਾਂ ਨੂੰ ਸੰਵਿਧਾਨ ਨੇ, ਉਹਨਾਂ ਨੂੰ ਬਚਾ ਕੇ ਰੱਖਣ ਦੇ ਲਈ ਉਹਨਾਂ ਦੀ ਗਾਰੰਟੀ ਆਰਟੀਕਲ 32 ਦਿੰਦਾ ਹੈ। ਜੇ ਕਿਸੇ ਦੇ ਫੰਡਾਮੈਂਟਲ ਰਾਈਟ ਕੋਈ ਵਾਇਲੇਟ ਕਰ ਰਿਹਾ, ਇਨਫ੍ਰਿੰਜ ਕਰ ਰਿਹਾ, ਤਾਂ ਤੁਸੀਂ ਕੋਰਟ ਕੋਲ ਜਾ ਸਕਦੇ ਹੋ। ਸੋ it is what makes all other rights effective। ਜੇ ਆਰਟੀਕਲ 32 ਨਾ ਹੋਵੇ ਤਾਂ ਜੋ ਵੀ ਆਪਾਂ ਆਪਣੇ ਫੰਡਾਮੈਂਟਲ ਰਾਈਟਸ ਇਨਫੋਰਸ ਕਰਵਾਉਣਾ ਚਾਹੁੰਦੇ ਆ ਉਹ ਆਪਾਂ ਨਾ ਕਰਵਾ ਸਕੀਏ, ਫਿਰ ਕਨਸਟੀਟਿਊਸ਼ਨ ਦਾ ਕੋਈ ਮਤਲਬ ਹੀ ਨਾ ਰਹੇ, ਕਿਉਂਕਿ ਕਨਸਟੀਟਿਊਸ਼ਨ ਦੇ ਅੰਦਰ ਮੇਨਲੀ ਆਪਾਂ ਫੰਡਾਮੈਂਟਲ ਰਾਈਟਸ ਨੂੰ ਹੀ ਫੋਲੋ ਕਰਦੇ ਹਾਂ। ਉਸ ਤੋਂ ਬਾਅਦ ਹੈ ਲਿਵਿੰਗ ਡਾਕੂਮੈਂਟ। ਲਿਵਿੰਗ ਡਾਕੂਮੈਂਟ ਕਿਹਾ ਜਾਂਦਾ ਹੈ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਆਪਣੇ ਦੇਸ਼ ਨੂੰ, ਇੰਡੀਆ ਨੂੰ ਗਵਰਨ ਕਰਦਾ ਹੈ। ਸਭ ਤੋਂ ਉੱਪਰ ਜੇ ਕੁਛ ਹੈ, ਜੁਡੀਸ਼ਰੀ ਤੋਂ ਵੀ ਉੱਪਰ, ਉਹ ਹੈ ਦੇਸ਼ ਦਾ ਸੰਵਿਧਾਨ। ਸੁਪਰੀਮ ਲਾਅ ਆਫ ਦ ਲੈਂਡ ਕਿਹਾ ਜਾਂਦਾ ਹੈ। ਇਹਨੂੰ ਬਦਲਿਆ ਜਾ ਸਕਦਾ, ਅਮੈਂਡ ਕੀਤਾ ਜਾ ਸਕਦਾ, ਉਹਦਾ ਪ੍ਰੋਪਰ ਪ੍ਰੋਸੀਜਰ ਵੀ ਇਹਦੇ ਅੰਦਰ ਲਿਖਿਆ ਹੋਇਆ ਹੈ। ਆਰਟੀਕਲ 368 ਗੱਲ ਕਰਦਾ ਅਮੈਂਡਮੈਂਟ ਦੀ। Those who crafted it wanted it to be in accordance with the citizens' aspiration and understood the need for modification। Amendment ਇਹਦੇ ਵਿੱਚ ਚੇਂਜ ਕਰਨ ਦੀ ਜਿਹੜੀ ਲਿਬਰਟੀ ਹੈ, ਫਰੀडम ਹੈ, ਕਿਉਂ ਰੱਖੀ ਗਈ? ਕਿਉਂਕਿ ਜਿਨ੍ਹਾਂ ਨੇ ਸੰਵਿਧਾਨ ਤਿਆਰ ਕੀਤਾ ਉਹਨਾਂ ਦੀ ਮੇਨ ਮਨਸ਼ਾ ਸੀ, ਮੇਨ ਇੱਛਾ ਸੀ ਇਹਨੂੰ ਤਿਆਰ ਕਰਨ ਦੇ ਪਿੱਛੇ ਕਿ ਲੋਕਾਂ ਦੀ ਨੀਡਸ, ਜ਼ਰੂਰਤਾਂ ਦੇ ਅਕੋਰਡਿੰਗ ਸੂਟ ਕਰੇ। ਸੋ ਇਸ ਲਈ ਉਹਨਾਂ ਨੇ ਅਮੈਂਡਮੈਂਟ ਦੀ ਪ੍ਰੋਵੀਜ਼ਨ ਵਿੱਚ ਪਾਤੀ ਕਿ ਜਿਵੇਂ ਜਿਵੇਂ ਸਮਾਂ ਬਦਲਦਾ ਜਾਊਗਾ, ਜਿਵੇਂ ਜਿਵੇਂ ਸੋਸਾਇਟੀ ਚੇਂਜਿਸ ਆਉਂਦੀਆਂ ਜਾਣਗੀਆਂ, ਉਹਦੇ ਅਨੁਸਾਰ ਜਿਹੜਾ ਉਸ ਟਾਈਮ ਦਾ ਮੌਜੂਦਾ ਕੋਈ ਰੂਲਿੰਗ ਪਾਰਟੀ ਹੋਊਗੀ, ਗਵਰਨਮੈਂਟ ਹੋਊਗੀ, ਜੇ ਉਹ ਚਾਹੇ ਤਾਂ ਲੋਕਾਂ ਦੀ ਡਿਮਾਂਡ ਉੱਤੇ ਕਨਸਟੀਟਿਊਸ਼ਨ ਵਿੱਚ ਤਬਦੀਲੀ ਲੈ ਕੇ ਆ ਸਕਦੇ ਨੇ। ਜਿਹੜੀਆਂ ਤਬਦੀਲੀਆਂ ਆਉਂਦੀਆਂ ਨੇ ਸੰਵਿਧਾਨ ਦੇ ਅੰਦਰ, ਆਪਾਂ ਚੇਂਜਿਸ ਕਰਦੇ ਆ, ਉਹਨਾਂ ਨੂੰ ਕਹਿੰਦੇ ਆ ਕਨਸਟੀਟਿਊਸ਼ਨਲ ਅਮੈਂਡਮੈਂਟ। ਤੇ ਸਭ ਤੋਂ ਲੇਟੈਸਟ ਅਮੈਂਡਮੈਂਟ ਹੋਈ ਹੈ ਅਗਸਤ 2021 ਵਿੱਚ 105ਵੀਂ ਅਮੈਂਡਮੈਂਟ। ਇਹ ਆਪਾਂ ਅਲੱਗ ਤੋਂ ਪੂਰੇ ਟੌਪਿਕ ਦੇ ਅੰਦਰ ਦੇਖਾਂਗੇ। ਸੋ ਹੁਣ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਦੇਖਣ ਜਾ ਰਹੇ ਹਾਂ ਜਿਹਦੇ ਵਿੱਚੋਂ ਪੇਪਰ ਡੈਫੀਨੇਟਲੀ 100% ਕੁਐਸਚਨ ਆਉਂਦਾ। ਸੋ ਆਪਾਂ ਇੱਕ ਸਾਈਡ ਦੇ ਉੱਤੇ ਇਹ ਸਾਰੇ ਲਿਖੇ ਹੋਏ ਨੇ ਕਨਸਟੀਟਿਊਸ਼ਨ ਜਿਹੜੇ ਜਿਹੜੇ ਦੇਸ਼ ਦੇ ਨੇ, ਜਿਨ੍ਹਾਂ ਵਿੱਚੋਂ ਸੋਰਸਿਸ ਚੋਂ ਲਿਆ ਹੋਇਆ ਹੈ ਤੇ ਕੀ ਲਿਆ ਹੈ। ਇਹ ਸਾਰੇ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ। ਤੇ ਤੁਸੀਂ ਇਹ ਨਹੀਂ ਕਿ ਜੇ ਪਿਛਲੇ 10 ਸਾਲਾਂ ਦੇ ਵਿੱਚ ਸਿਰਫ ਇਹ ਆ ਰਿਹਾ ਕੁਐਸਚਨ ਕਿ ਫੰਡਾਮੈਂਟਲ ਰਾਈਟਸ ਕਿੱਥੋਂ ਲਏ ਨੇ, ਅਮਰੀਕਾ, ਤੁਸੀਂ ਇਹੀ ਤਿਆਰ ਕਰਕੇ ਜਾਣਾ। ਜਿਵੇਂ ਰੀਸੈਂਟਲੀ ਇੱਕ ਪੇਪਰ ਦੇ ਵਿੱਚ ਇਹ ਵੀ ਕੁਐਸਚਨ ਆਇਆ ਸੀ ਕਿ ਪ੍ਰੈਜ਼ੀਡੈਂਟ ਐਸ ਸੁਪਰੀਮ ਕਮਾਂਡਰ ਆਰਮਡ ਫੋਰਸ ਦੇ ਕਿਹੜੇ ਸੰਵਿਧਾਨ ਚੋਂ ਬੋਰੋ ਕੀਤਾ। ਸੋ ਇਸ ਲਈ ਮੈਂ ਉਰੇ ਹਰ ਇੱਕ ਜੋ ਪ੍ਰੋਵੀਜ਼ਨ ਜਿਸ ਵੀ ਕਨਸਟੀਟਿਊਸ਼ਨ ਚੋਂ ਲਈ ਗਈ ਹੈ ਉਹ ਮੈਂਸ਼ਨ ਕੀਤੀ ਹੈ, ਕਿਉਂਕਿ ਹੁਣ ਜਿਵੇਂ ਜਿਵੇਂ ਟਾਈਮ ਚੇਂਜ ਹੋ ਰਿਹਾ ਹੈ, ਐਗਜ਼ਾਮੀਨਰਸ ਦਾ ਕੁਐਸਚਨ ਪਾਉਣ ਦਾ ਜਿਹੜਾ ਸਟਾਈਲ ਹੈ ਉਹ ਵੀ ਅਪਡੇਟ ਹੋ ਰਿਹਾ ਹੈ। ਸੋ ਇਸ ਲਈ ਆਪਾਂ ਨੇ ਪੇਪਰ ਦੇ ਲਈ ਪੂਰੀ ਤਰ੍ਹਾਂ ਆਪਣੀ ਤਿਆਰੀ ਰੱਖਣੀ ਹੈ। ਸੋ ਤੁਹਾਨੂੰ ਕਿਤੋਂ ਕੁਝ ਵੀ ਉਹ ਪੁੱਛ ਸਕਦੇ ਨੇ। ਸੋ ਤੁਸੀਂ ਉੱਥੇ ਇਹ ਨਹੀਂ ਕਹਿ ਸਕਦੇ ਕਿ ਇਹ ਤਾਂ ਅਸੀਂ ਪੜ੍ਹੇ ਹੀ ਨਹੀਂ ਸੀਗਾ। ਜਿੰਨਾ ਹੋ ਸਕੇ ਡੀਪਲੀ ਹਰ ਟੌਪਿਕ ਨੂੰ ਤਿਆਰ ਕਰਕੇ ਜਾਓ, ਸਪੈਸ਼ਲੀ ਜਿਹੜੇ ਸਟੂਡੈਂਟ ਕਿਸੇ ਆਫਿਸਰ ਲੈਵਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਜਿਵੇਂ ਐਕਸਾਈਜ਼ ਟੈਕਸੇਸ਼ਨ ਦਾ ਹੋ ਗਿਆ, ਜਾਂ ਜੇ ਕੋਈ ਸਟੂਡੈਂਟ PCS ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ। ਸੋ ਉਹਦੇ ਲਈ ਆਪਾਂ ਨੇ ਡੀਪਲੀ ਕਰਕੇ ਜਾਣਾ
ਬਾਕੀ ਜਿਹੜੇ ਕਲੈਰੀਕਲ ਲੈਵਲ ਦੇ ਪੇਪਰ ਨੇ, ਜਿਵੇਂ ਕੋਈ ਗ੍ਰਾਮ ਸੇਵਕ ਦਾ ਪੇਪਰ ਹੈ ਜਾਂ ਫਿਰ ਵੀਡੀਓ ਦਾ ਪੇਪਰ ਹੈ, ਉਹਦੇ ਲਈ ਹੋ ਸਕਦਾ ਹੈ ਕਿ ਤੁਸੀਂ ਪ੍ਰੀਵੀਅਸ ਈਅਰ ਪੇਪਰ ਬੇਸਡ ਆਪਣੀ ਸਟ੍ਰੈਟਜੀ ਤਿਆਰ ਕਰਕੇ ਐਗਜ਼ਾਮ ਦੇਣ ਚਲੇ ਜਾਓ, ਤੁਹਾਡੇ ਮਾਰਕਸ ਵਧੀਆ ਆ ਜਾਣ। ਪਰ ਮੈਂ ਉਰੇ ਰਿਪੀਟ ਕਰ ਰਹੀ ਹਾਂ ਕਿ ਜਿਵੇਂ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋ ਗਿਆ, ਐਕਸਾਈਜ਼ ਟੈਕਸੇਸ਼ਨ ਦਾ, ਇਹਦੇ ਲਈ ਤੁਸੀਂ ਜਿੰਨੀ ਜ਼ਿਆਦਾ ਹੋ ਸਕੇ ਡੀਪਲੀ ਤਿਆਰੀ ਕਰਨੀ ਹੈ। ਸੋ ਹੁਣ ਆਪਾਂ ਦੇਖਦੇ ਹਾਂ ਲੈਫਟ ਸਾਈਡ ਤੇ ਮੈਂ ਸੋਰਸਿਸ ਮੈਂਸ਼ਨ ਕੀਤੇ ਨੇ, ਕਿਹੜੇ ਦੇਸ਼ ਦਾ ਸੰਵਿਧਾਨ ਹੈ, ਉਹਦੇ ਵਿੱਚੋਂ ਕਿਹੜੀਆਂ ਪ੍ਰੋਵੀਜ਼ਨ ਲੈ ਕੇ ਆਪਾਂ ਨੇ ਭਾਰਤ ਦੇ ਸੰਵਿਧਾਨ ਦੇ ਅੰਦਰ ਇਨਕਲਕੇਟ ਕੀਤੀਆਂ ਨੇ, ਐਡ ਕੀਤੀਆਂ ਨੇ, ਉਹ ਰਾਈਟ ਸਾਈਡ ਤੇ ਹੈ। ਸੋ ਨਾਓ ਲੈਟਸ ਬਿਗਿਨ ਵਿਦ ਅਮਰੀਕਨ ਕਨਸਟੀਟਿਊਸ਼ਨ। ਕਨਸਟੀਟਿਊਸ਼ਨ ਆਫ ਯੂਨਾਈਟਿਡ ਸਟੇਟ, ਇਹਦੇ ਵਿੱਚੋਂ ਲਿਆ ਪ੍ਰੀਐਮਬਲ, ਵੈਰੀ ਇੰਪੋਰਟੈਂਟ, ਮੌਲਿਕ ਅਧਿਕਾਰ, ਫੰਡਾਮੈਂਟਲ ਰਾਈਟ, ਫੈਡਰਲ ਸਟਰਕਚਰ ਸਰਕਾਰ ਦਾ, ਇੱਕ ਯੂਨੀਅਨ ਤੇ ਹੈ, ਸਟੇਟ ਲੈਵਲ ਤੇ ਅਲੱਗ ਸਰਕਾਰ ਹੈ, ਇਲੈਕਟੋਰਲ ਕਲਾਜ, ਕਿਵੇਂ ਕਿਵੇਂ ਆਪਾਂ ਨੇ ਜਿਹੜੇ ਆਫੀਸਰ ਰੈਂਕ ਦੀਆਂ ਪੋਜੀਸ਼ਨਸ ਨੇ ਉਹਨਾਂ ਨੂੰ ਫਿਲ ਕਰਨਾ ਹੈ, ਇਲੈਕਸ਼ਨਸ ਕਿਵੇਂ ਹੋਣੀਆਂ ਨੇ, ਜੁਡੀਸ਼ਰੀ ਇੰਡੀਪੈਂਡੈਂਟ ਹੈ, ਕਿਸੇ ਦੀ ਦਖਲਅੰਦਾਜ਼ੀ ਨਹੀਂ ਜੁਡੀਸ਼ਰੀ ਵਿੱਚ, ਜੁਡੀਸ਼ੀਅਲ ਰਿਵਿਊ, ਜੇ ਜੁਡੀਸ਼ਰੀ ਨੂੰ ਲੱਗੇ ਕਿ ਕੋਈ ਲਾਅ ਲੈਜਿਸਲੇਸ਼ਨ ਜਾਂ ਕਿਸੇ ਐਡਮਿਨਿਸਟ੍ਰੇਟਿਵ ਲੈਵਲ ਦੇ ਕਿਸੇ ਪਰਸਨ ਦਾ ਕੰਮ ਸਹੀ ਨਹੀਂ ਹੈ, ਕੋਈ ਡਿਸੀਜਨ ਸਹੀ ਨਹੀਂ ਹੈ, ਕੋਈ ਪਾਲਿਸੀ ਸਹੀ ਨਹੀਂ ਹੈ, ਤਾਂ ਜੁਡੀਸ਼ਰੀ ਕੋਲ ਇੱਕ ਪਾਵਰ ਹੈ ਕਿ ਉਹ ਦੁਬਾਰਾ ਤੋਂ ਉਸ ਚੀਜ਼ ਨੂੰ ਰਿਵਿਊ ਕਰ ਸਕਦੀ ਹੈ। ਉਸ ਤੋਂ ਬਾਅਦ ਵੈਰੀ ਇੰਪੋਰਟੈਂਟ, ਪ੍ਰੈਜ਼ੀਡੈਂਟ ਐਜ਼ ਸੁਪਰੀਮ ਕਮਾਂਡਰ ਆਫ ਆਰਮ ਫੋਰਸਿਸ, ਇਹ ਰੀਸੈਂਟਲੀ ਇੱਕ ਐਗਜ਼ਾਮ ਵਿੱਚ ਆਇਆ ਸੀ, ਸੋ ਇਹ ਤੁਸੀਂ ਧਿਆਨ ਦੇ ਨਾਲ ਯਾਦ ਰੱਖਣਾ ਹੈ, ਇਹ ਵੀ ਅਮਰੀਕਾ ਦੇ ਸੰਵਿਧਾਨ ਚੋਂ ਲਿਆ ਹੈ। ਉਸ ਤੋਂ ਬਾਅਦ ਹੈ ਇਕੁਅਲ ਪ੍ਰੋਟੈਕਸ਼ਨ ਅੰਡਰ ਲਾਅ, ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦਾ ਲਾਅ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਫਿਰ ਹੈ ਯੂਕੇ ਦਾ, ਬ੍ਰਿਟਿਸ਼ ਦਾ ਕਨਸਟੀਟਿਊਸ਼ਨ, ਪਾਰਲੀਮੈਂਟਰੀ ਫਾਰਮ ਦੀ ਸਰਕਾਰ, ਦੈਨ ਸਿੰਗਲ ਸਿਟੀਜ਼ਨਸ਼ਿਪ, ਇਹ ਨਹੀਂ ਕਿ ਭਾਰਤ ਦੇ ਅੰਦਰ ਅਲੱਗ-ਅਲੱਗ ਸਿਟੀਜ਼ਨਸ਼ਿਪ ਹੈ, ਪੰਜਾਬ ਦੇ ਲੋਕਾਂ ਦੀ ਪੰਜਾਬ ਸਿਟੀਜ਼ਨਸ਼ਿਪ ਹੈ, ਹਰਿਆਣਾ ਸਿਟੀਜ਼ਨਸ਼ਿਪ, ਆਪਣੇ ਕੋਲ ਸਿਰਫ ਇੱਕ ਸਿਟੀਜ਼ਨਸ਼ਿਪ ਹੈ, ਆਪਾਂ ਸਾਰੇ ਭਾਰਤੀ ਆ, ਇੰਡੀਅਨ ਆ, ਇੰਡੀਆ ਦੀ ਸਿਟੀਜ਼ਨਸ਼ਿਪ ਹੈ ਸਿੰਗਲ। Idea of rule of law, writs, institution of speaker, law making procedure established by law. Then is Canadian Constitution, quasi federal form of government, federal system ਤਾਂ ਹੈ, ਇੱਕ center ਹੈ, ਇੱਕ state ਹੈ, ਪਰ ਉਹਨਾਂ ਜ਼ਿਆਦਾ strong ਕੌਣ ਹੈ, center, union ਦੇ ਕੋਲ ਜ਼ਿਆਦਾ powers ਨੇ। Distribution of power between central and state, residual power retained by central government, ਜੋ ਪਾਵਰ ਜੋ ਏਰੀਆਜ਼ ਦੇ ਉੱਤੇ ਨਾ ਡਾਇਰੈਕਟਲੀ ਸਟੇਟ ਰੂਲ ਬਣਾ ਸਕਦੀ ਹੈ, ਨਾ ਉਹ ਕਨਕਰੈਂਟ ਲਿਸਟ ਵਿੱਚ ਮੈਂਸ਼ਨਡ ਹੈ, ਨਾ ਸਟੇਟ ਲਿਸਟ ਵਿੱਚ, ਨਾ ਯੂਨੀਅਨ ਲਿਸਟ ਵਿੱਚ, ਸੋ ਜੋ ਵੀ ਰੈਜ਼ੀਡਿਊਰੀ ਪਾਵਰਸ ਨੇ, ਬਚੀ ਖੁਚੀ ਜੋ ਵੀ ਪਾਵਰ ਹੈ, ਸਾਰੀ ਦੀ ਸਾਰੀ ਸੈਂਟਰ ਕੋਲ ਹੈ। ਸਿੰਪਲੀ ਤੁਸੀਂ ਸਮਝੋ, ਜੋ ਕੰਮ ਸਟੇਟ ਨਹੀਂ ਕਰ ਸਕਦੀ ਉਹ ਸੈਂਟਰ ਕਰੂਗੀ। ਇਰਿਸ਼ ਕਨਸਟੀਟਿਊਸ਼ਨ, ਆਇਰਲੈਂਡ ਦਾ, DPSP, ਵੈਰੀ ਵੈਰੀ ਇੰਪੋਰਟੈਂਟ, ਮੋਸਟ ਰੈਪੀਟੀਟਿਵ ਕੁਐਸਚਨ ਫਰॉम ਦਿਸ ਟੌਪਿਕ, ਬਾਰ-ਬਾਰ ਪੇਪਰ ਚ ਆਉਂਦਾ, DPSP ਕਿੱਥੋਂ ਬੋਰੋ ਕੀਤੇ ਨੇ, ਸੋ that is Ireland's constitution, ਜਿਹਦਾ ਨਾਮ ਹੈ Irish constitution. Nomination of member to Rajya Sabha, president ਦੀ ਇਲੈਕਸ਼ਨ ਦਾ ਤਰੀਕਾ, method of election of president, French constitution ਚ ਲਏ ਗਏ ਨੇ very important principle, ਜਿਹੜੇ preamble ਦੇ ਵਿੱਚ ਐਡ ਕੀਤੇ ਨੇ directly, republic and the ideals of liberty, equality, fraternity, ਭਾਈਚਾਰਾ ਬਣਾ ਕੇ ਰੱਖੋ, ਸਾਰਿਆਂ ਨੂੰ freedom ਹੋਵੇ, equality ਬਰਾਬਰ। ਆਸਟ੍ਰੇਲੀਅਨ ਕਨਸਟੀਟਿਊਸ਼ਨ ਦੇ ਵਿੱਚੋਂ ਲਿਆ, ਜੋ ਐਗਜ਼ਾਮ ਦੇ ਲਈ ਸਭ ਤੋਂ ਜ਼ਿਆਦਾ ਤੁਸੀਂ ਯਾਦ ਰੱਖਣੀ ਹੈ, ਇੰਪੋਰਟੈਂਟ ਹੈ, ਕਨਕਰੈਂਟ ਲਿਸਟ। ਆਪਾਂ ਨੂੰ ਪਤਾ ਹੈ ਸੰਵਿਧਾਨ ਦੇ ਵਿੱਚ 3 ਲਿਸਟਾਂ ਨੇ, ਇਹ ਆਪਾਂ ਅੱਗੇ ਕਰਾਂਗੇ ਵੀ, ਜਦੋਂ ਆਪਾਂ ਜਿਵੇਂ ਜਿਵੇਂ ਟੌਪਿਕਸ ਆਪਣੇ ਅੱਗੇ ਵਧਦੇ ਜਾਣਗੇ, ਹਰ ਆਪਾਂ ਇੰਪੋਰਟੈਂਟ ਐਸਪੈਕਟ ਨੂੰ ਟੱਚ ਕਰਾਂਗੇ। ਸੋ ਉਰੇ ਤੁਸੀਂ ਸਮਝ ਲਓ ਰੈਫਰੈਂਸ ਦੇ ਲਈ 3 ਲਿਸਟਾਂ ਨੇ ਸੰਵਿਧਾਨ ਦੇ ਅੰਦਰ, ਇੱਕ ਹੈ ਯੂਨੀਅਨ, ਇੱਕ ਹੈ ਸਟੇਟ, ਥਰਡ ਇਜ਼ ਦਿਸ ਵਨ, ਕਨਕਰੈਂਟ। ਯੂਨੀਅਨ ਦੇ ਵਿੱਚ ਜਿਹੜੇ ਸਬਜੈਕਟ ਮੈਂਸ਼ਨ ਨੇ, ਜਿਹੜੇ ਕੰਮ, ਉਹਦੇ ਉੱਤੇ ਸਿਰਫ ਯੂਨੀਅਨ ਦੀ ਸਰਕਾਰ ਦਾ ਹੀ ਪੂਰਾ ਰੋਲ ਹੈ, ਪਾਵਰ ਹੈ, ਉਹੀ ਉਹਦੇ ਉੱਤੇ ਲਾਅ ਬਣਾ ਸਕਦੀ ਹੈ। ਸਟੇਟ ਲਿਸਟ ਵਿੱਚ ਜਿਹੜੇ ਸਬਜੈਕਟ ਨੇ, ਉੱਥੇ ਸਟੇਟ ਲਾਅ ਬਣਾਓ। ਕਨਕਰੈਂਟ ਲਿਸਟ ਵਿੱਚ ਇਹੋ ਜਿਹੇ ਸਬਜੈਕਟ ਨੇ ਜਿੱਥੇ ਸੈਂਟਰ ਤੇ ਸਟੇਟ ਦੋਨਾਂ ਦੇ ਕੋਲ ਪਾਵਰ ਹੈ, ਪਰ ਜੇ ਕਦੇ ਸੈਂਟਰ ਤੇ ਸਟੇਟ ਦੇ ਵਿਚਕਾਰ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਇਸ਼ੂ ਆ ਜਾਂਦਾ, ਤਾਂ ਉੱਥੇ ਜੋ ਚੀਜ਼ ਯੂਨੀਅਨ ਕਹੂਗੀ ਉਹ ਸੈਂਟਰ ਨੂੰ ਮੰਨਣੀ ਪਊ। ਸੋ ਇੱਕ ਕਨਕਰੈਂਟ ਲਿਸਟ ਦਾ ਕਨਸੈਪਟ ਵੀ ਆਸਟ੍ਰੇਲੀਆ ਦੇ ਕਨਸਟੀਟਿਊਸ਼ਨ ਚ ਆਇਆ। ਫ੍ਰੀडम ਆਫ ਟ੍ਰੇਡ ਐਂਡ ਕਮਰਸ ਵਿਦਿਨ ਦ ਕੰਟਰੀ, ਬਿਟਵੀਨ ਦ ਸਟੇਟ, ਪਾਵਰ ਆਫ ਨੈਸ਼ਨਲ ਲੈਜਿਸਲੇਚਰ, ਸੋ ਇਹ ਸਾਰੀਆਂ ਚੀਜ਼ਾਂ ਨੇ ਆਸਟ੍ਰੇਲੀਆ ਦੇ ਕਨਸਟੀਟਿਊਸ਼ਨ ਚ। ਫਿਰ ਆਉਂਦਾ USSR, ਕਨਸਟੀਟਿਊਸ਼ਨ ਆਫ ਸੋਵੀਅਤ ਯੂਨੀਅਨ, ਰਸ਼ੀਆ, ਫੰਡਾਮੈਂਟਲ ਡਿਊਟੀਜ਼ ਅੰਡਰ ਆਰਟੀਕਲ 51A, ਵੈਰੀ ਵੈਰੀ ਇੰਪੋਰਟੈਂਟ, ਇਹ ਵੀ ਬਾਰ-ਬਾਰ ਪੇਪਰ ਚ ਰਿਪੀਟ ਹੁੰਦਾ। ਕਨਸਟੀਟਿਊਸ਼ਨਲੀ ਮੈਂਡੇਟਡ ਪਲੈਨਿੰਗ ਕਮਿਸ਼ਨ, ਪਲੈਨਿੰਗ ਕਮਿਸ਼ਨ ਹੋਣਾ ਚਾਹੀਦਾ, ਇਹ ਗੱਲ ਵੀ ਸੋਵੀਅਤ ਯੂਨੀਅਨ ਕਹਿੰਦਾ ਹੈ। ਫਿਰ ਹੈ ਸਾਊਥ ਅਫਰੀਕਾ ਦਾ, ਅਮੈਂਡਮੈਂਟ ਕਰਨ ਦਾ ਕੀ ਤਰੀਕਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ
ਇਲੈਕਸ਼ਨ ਆਫ ਰਾਜ ਸਭਾ ਮੈਂਬਰ, ਫਿਰ ਹੈ ਜਰਮਨੀ, emergency power to be enjoyed by union, suspension of fundamental right during emergency, recently ਇੱਕ ਪੇਪਰ ਚ ਆਇਆ ਹੈ, this is again very important, so ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਫੰਡਾਮੈਂਟਲ ਰਾਈਟ ਜਦੋਂ ਆਪਾਂ ਸਸਪੈਂਡ ਕਰ ਦਿੰਨੇ ਆ ਐਮਰਜੈਂਸੀ ਜੇ ਲੱਗੀ ਹੋਵੇ ਦੇਸ਼ ਦੇ ਅੰਦਰ, ਤਾਂ ਇਹ ਚੀਜ਼ ਵੀ ਜਰਮਨੀ ਦੇ ਸੰਵਿਧਾਨ ਚੋਂ ਲੈ ਕੇ ਭਾਰਤ ਦੇ ਸੰਵਿਧਾਨ ਵਿੱਚ ਇਨਕਲਕੇਟ ਕੀਤੀ ਹੈ। Then is Constitution of Japan procedure established by law, ਉਸ ਤੋਂ ਬਾਅਦ ਆਉਂਦਾ ਜਿਹੜਾ ਜਾਪਨ ਨੇ ਇੰਡੀਪੈਂਡੈਂਸ ਤੋਂ ਪਹਿਲਾਂ ਵਾਲਾ ਲਾਸਟ ਐਕਟ ਕੀਤਾ ਹੈ 1935 ਦਾ, this is very very important act। ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਆਪਣੇ ਕੋਲ ਸਿਰਫ ਇੱਕ ਚੀਜ਼ ਸੀਗੀ ਜਿਹੜੀ ਉਸ ਟਾਈਮ ਥੋੜੀ ਬਹੁਤ ਭਾਰਤੀਆਂ ਦੇ ਇੰਡੀਅਨਸ ਦੇ ਹੱਕ ਵਿੱਚ ਗੱਲਾਂ ਕਰਦੀ ਸੀ, ਜਿਹਨੇ ਫੈਡਰਲ ਕੋਰਟ ਦੀ ਗੱਲ ਕੀਤੀ। ਸੋ 1935 ਵਾਲੇ ਐਕਟ ਵਿੱਚ ਕਾਫੀ ਕੁਝ ਸੀ ਜਿਹੜਾ ਆਪਾਂ ਰੱਖਣਾ ਚਾਹੁੰਦੇ ਸੀ ਆਪਣੇ ਸੰਵਿਧਾਨ ਦੇ ਅੰਦਰ, ਜਿਹੜਾ ਆਪਾਂ ਕੰਟੀਨਿਊ ਕਰਨਾ ਚਾਹੁੰਦੇ ਸੀ ਆਜ਼ਾਦੀ ਤੋਂ ਬਾਅਦ। ਸੋ ਉਹ ਸਾਰੇ ਫੀਚਰਸ ਨੂੰ ਭਾਰਤ ਦੇ ਸੰਵਿਧਾਨ ਵਿੱਚ ਐਡ ਕਰਤਾ, ਜਿਵੇਂ ਫੈਡਰਲ ਸਕੀਮ ਹੋ ਗਈ, ਐਮਰਜੈਂਸੀ ਪ੍ਰੋਵੀਜ਼ਨ, ਗਵਰਨਰ ਦਾ ਆਫਿਸ, public service commission, judiciary, administrative detail. So this was all about today's first lecture on polity. I hope you liked the video and understood the concepts well. Good luck and thank you.